ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਦੋਹਰਾ। ਸ੍ਰੀ ਸਤਿਗੁਰ ਜੋਦਾਬਲੀ ਬਸ ਭਗਤਨ ਕੇ ਨੀਤ। ਇਕ ਦਿਨ ਬੈਠੇ ਸਭਾ ਮਹਿ ਦਰਸਹਿ ਸਿਖ ਮੁਦ ਚੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ। ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੋੜੀਏ। ਕੱਲ੍ਹ ਆਪਾਂ ਕਥਾ ਸਰਵਣ ਕੀਤੀ ਸੀ। ਮਾਤਾ ਨਾਨਕੀ ਜੀ ਅਤੇ ਮਾਤਾ ਮਹਾਦੇਵੀ ਜੀ ਦੇ ਮਨ ਦਾ ਸ਼ੰਕਾ ਸੀ ਵੀ ਸਤਿਗੁਰੂ ਜੀ ਪੁੱਤਰਾਂ ਨੂੰ ਛੱਡ ਕੇ ਪੋਤੇ ਨੂੰ ਗੱਦੀ ਦੇਣ ਦੀ ਕਿਉਂ ਸੋਚ ਰਹੇ ਹਨ। ਗੁਰੂ ਸਾਹਿਬ ਜੀ ਨੇ ਦੋਵਾਂ ਮਾਤਾਵਾਂ ਨੂੰ ਆਪਣੇ ਮਹਿਲਾਂ ਨੂੰ ਸਮਝਾਇਆ ਵੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨੂੰ ਇਹ ਕੋਈ ਵੰਡ ਨਹੀਂ ਸਕਦਾ। ਇਹ ਜਿਸ ਦੀ ਵਸਤ ਤਿਸੈ ਘਰ ਆਵੈ, ਜਿਹਦੇ ਮੱਥੇ 'ਤੇ ਲਿਖਿਆ ਹੋਵੇਗਾ ਉਹਨੂੰ ਗੁਰਿਆਈ ਗੱਦੀ ਮਿਲ ਜਾਏਗੀ। ਬਾਕੀ ਗੁਰੂ ਕੇ ਪੁੱਤਰਾਂ ਨੂੰ ਘਾਟਾ ਕਿਸੇ ਗੱਲ ਦਾ ਨਹੀਂ। ਤੁਸੀਂ ਮਨ ਵਿੱਚ ਸੰਦੇਹ ਨਾ ਕਰਿਆ ਕਰੋ। ਭਾਵੇਂ ਗੁਰੂ ਸਾਹਿਬ ਜੀ ਸਮਝਾਉਂਦੇ ਰਹਿੰਦੇ ਸਨ, ਹੋਏ ਸੁਮਤੇ ਨੈ ਸੰਸੈ ਧਰੀਐ, ਗੁਰ ਸਤ ਸਭ ਕੇ ਪੂਜ ਵਿਚਰੀਐ, ਮਾਨਹਿਗੇ ਸਿੱਖ ਸੰਗਤ ਸਾਰੇ, ਅਰਪੈਂਗੇ ਸ਼ੁਭ ਵਸਤੇ ਉਧਾਰੇ। ਕਿ ਮਹਾਰਾਜ ਕਹਿੰਦੇ ਹੈ ਸੁਮਤਵਾਨ ਭਾਗਵਾਨ ਨਾਨਕੀ ਅਤੇ ਮਹਾਦੇਵੀ ਜੀ, ਤੁਸੀਂ ਮਨ ਵਿੱਚ ਸੰਸਾ ਨਾ ਕਰੋ। ਗੁਰੂ ਦੇ ਪੁੱਤਰ ਸਾਰਿਆਂ ਲਈ ਪੂਜਨੀਕ ਹਨ। ਸੰਗਤਾਂ ਇਹਨਾਂ ਦਾ ਸਤਿਕਾਰ ਕਰਦੀਆਂ ਰਹਿਣਗੀਆਂ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੀਆਂ ਵਸਤੂਆਂ ਭੇਟਾ ਕਰਦੀਆਂ ਰਹਿਣਗੀਆਂ। ਸੋ ਗੁਰੂ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਦੀ ਇਹ ਜੋ ਕਥਾ ਚੱਲ ਰਹੀ ਹੈ, ਆਪ ਜੀ ਸਰਵਣ ਕਰੋ। ਮਨ ਬਿਰਤੀ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਸਤਿਗੁਰ ਜੋਦਾਬਲੀ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਬਲੀ ਸੂਰਬੀਰ ਯੋਧੇ ਸਤਿਗੁਰੂ ਬਸ ਭਗਤਨ ਕੇ ਨੀਤ। ਆਪਣੇ ਭਗਤਾਂ ਦੇ ਵਸ ਵਿੱਚ ਹਨ। ਰੱਬ ਪਰਮੇਸ਼ਰ ਵਾਹਿਗੁਰੂ ਹੋਰ ਕਿਸੇ ਦੇ ਵਸ ਨਹੀਂ ਆਉਂਦਾ, ਉਹ ਆਪਣੇ ਭਗਤਾਂ ਦੇ ਵਸ ਰਹਿੰਦਾ ਹੈ। ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਰੱਬ ਦੇ ਪਿਆਰੇ ਰੱਬ ਨੂੰ ਕਾਬੂ 'ਚ ਰੱਖਦੇ ਨੇ, ਪ੍ਰੇਮ ਦੀ ਡੋਰ 'ਚ ਬੰਨ੍ਹ ਕੇ ਰੱਖਦੇ ਨੇ। ਇੱਕ ਦਿਨ ਬੈਠੇ ਸਭਾ ਮਹਿ। ਇੱਕ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚ ਬੈਠੇ ਹਨ। ਦਰਸਹਿ ਸਿਖ ਮੁਦ ਚੀਤ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ, ਮਹਾਰਾਜ ਦੇ ਸਿੱਖ ਕਹਿੰਦੇ ਦੇਖੋ ਸੱਚੇ ਪਾਤਸ਼ਾਹ ਦੇ ਸਿੱਖ ਪ੍ਰੇਮ ਨਾਲ ਦਰਸ਼ਨ ਕਰ ਰਹੇ ਹਨ। ਚੌਪਈ ਕਿਨਹੂ ਖਬਰ ਆਏ ਤਬਦੀਨ। ਕਿਸੇ ਨੇ ਆ ਕੇ ਮਹਾਰਾਜ ਦੇ ਦਰਬਾਰ ਵਿੱਚ ਇਹ ਖਬਰ ਦਿੱਤੀ ਹੈ ਗੋਇੰਦਵਾਲ ਬਾਸ ਜਨਕੀਨ। ਕਿ ਜੋ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼ ਬੰਸ ਹਨ, ਗੁਰੂ ਕੇ ਸਾਹਿਬਜ਼ਾਦੇ ਹਨ, ਗੋਇੰਦਵਾਲ ਸਾਹਿਬ ਵਿੱਚ ਵਸਦੇ ਹਨ। ਭਲਿਆਨ ਕੀ ਕੁਲ ਭਗਤ ਵਿਸਾਲਾ। ਭਲਿਆਂ ਦੀ ਕੁਲ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਬੰਸ, ਜਿਨ੍ਹਾਂ ਦੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਇੰਨੀ ਵੱਡੀ ਹੈ ਕਿ ਉਹਨਾਂ ਦੇ ਬਰਾਬਰ ਸੰਸਾਰ 'ਤੇ ਕੋਈ ਮਹਾਂਪੁਰਸ਼ ਹੋਇਆ ਹੀ ਨਹੀਂ। ਉਹਨਾਂ ਦੇ ਜਿਹੜੇ ਬੱਚੇ ਪੁੱਤਰ ਪੋਤਰੇ ਉਹ ਵੀ ਬੜੀ ਭਗਤੀ ਭਾਵਨਾ ਵਾਲੇ ਹਨ। ਸਿੱਖੀ ਕੀ ਪ੍ਰਕਾਸ਼ ਸਭ ਕਾਲਾ। ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਕੀ ਅੰਸ਼। ਗੁਰੂ ਅਮਰਦਾਸ ਜੀ ਦੀ ਜੋ ਅੰਸ਼ ਬੰਸ ਹਨ, ਭੱਲੇ ਸਾਹਿਬਜ਼ਾਦੇ ਹਨ। ਸੁਤ ਪੋਤਰੇ ਨਾਤੀ ਬੜ ਬੰਸ। ਮਹਾਰਾਜ ਦੇ ਦੋ ਪੁੱਤਰ ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ, ਤੇ ਗਾਂ ਉਹਨਾਂ ਦੇ ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਬਾਬਾ ਅਰਥਮਲ ਜੀ, ਬਾਬਾ ਅਰਜਾਨੀ ਮਲ ਜੀ ਹੋਏ ਹਨ। ਅੱਗੇ ਚੱਲ ਕੇ ਫਿਰ ਬਾਬਾ ਸੁੰਦਰ ਜੀ, ਪਰਮਾਨੰਦ ਜੀ, ਮਨੋਹਰ ਦਾਸ ਜੀ,
ਇੱਦਾਂ ਇਸ ਕੁੱਲ ਵਿੱਚ ਬੜੇ ਬੜੇ ਬੰਦਗੀ ਵਾਲੇ, ਕਰਨੀ ਵਾਲੇ ਮਹਾਂਪੁਰਸ਼ ਹੋਏ ਹਨ। ਮੋਹਨ ਅਪਰ ਮੋਹਰੀ ਜੇਈ। ਵੱਡੇ ਬਾਬਾ ਮੋਹਨ ਜੀ ਸਨ, ਛੋਟੇ ਬਾਬਾ ਮੋਹਰੀ ਜੀ ਸਨ। ਦੋ ਸਾਹਿਬਜ਼ਾਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੋਏ ਹਨ। ਭਾ ਪਰਲੋਕ ਦੇਹ ਤਜਸੇਈ। ਉਹ ਵੀ ਬਹੁਤ ਚਿਰ ਹੋ ਗਿਆ ਹੈ, ਦੇਹ ਤਿਆਗ ਕੇ ਪਰਲੋਕ ਗਮਨ ਕਰ ਗਏ ਹਨ। ਬੜੀ ਵੱਡੀ ਉਮਰ ਸੀ ਗੁਰੂ ਅਮਰਦਾਸ ਜੀ ਦੀ। ਅੱਗੇ ਉਹਨਾਂ ਦੇ ਪੁੱਤਰ ਵੀ ਬੜੇ ਬਜ਼ੁਰਗ ਹੋਏ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਵੀ ਬੜੀ ਵੱਡੀ ਉਮਰ ਵਿੱਚ ਚਲਾਣਾ ਕਰ ਗਏ। ਸੰਤ ਮਨੋਹਰ ਦਾਸ ਵਿਸਾਲਾ। ਇਹਨਾਂ ਦੇ ਵਿੱਚ ਇੱਕ ਸੰਤ ਮਨੋਹਰ ਦਾਸ ਜੀ ਬੜੇ ਕਰਨੀ ਵਾਲੇ ਮਹਾਪੁਰਸ਼ ਹੋਏ ਹਨ। ਸੋਪੀ ਪਹੁੰਚਤ ਭਾਹਿਸ ਹਿਰਸ਼ਾਲਾ। ਉਹ ਵੀ ਸੱਚਖੰਡ ਗਮਨ ਕਰ ਗਏ। ਬਾਬਾ ਮਨੋਹਰ ਦਾਸ ਜੀ ਗੋਇੰਦਵਾਲ ਵਿੱਚ ਦੋ ਮਨੋਹਰ ਦਾਸ ਹੋਏ ਹਨ। ਇੱਕ ਤਾਂ ਮਨੋਹਰ ਦਾਸ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ, ਦੂਸਰੇ ਮਨੋਹਰ ਦਾਸ ਗੁਰੂ ਅਮਰਦਾਸ ਜੀ ਦੇ ਸੇਵਕ ਸਨ। ਇਹ ਦੋਵੇਂ ਹੀ ਪਰਲੋਕ ਗਮਨ ਕਰ ਗਏ। ਸੁਨ ਕੈ ਸ੍ਰੀ ਗੁਰੂ ਹਰਗੋਬਿੰਦ। ਜਦੋਂ ਇਹਨਾਂ ਦੇ ਅਕਾਲ ਚਲਾਣੇ ਦੀ ਖਬਰ ਛੇਵੇਂ ਪਾਤਸ਼ਾਹ ਜੀ ਨੂੰ ਮਿਲੀ ਹੈ, ਹਰਪੁਰ ਜਾਏ ਬਸੇ ਇਹ ਬ੍ਰਿੰਦ। ਮਹਾਰਾਜ ਨੂੰ ਪਤਾ ਲੱਗਾ ਵੀ ਦੇਖੋ ਕਿੱਡੇ ਕਿੱਡੇ ਮਹਾਂਪੁਰਸ਼ ਪਰਲੋਕ ਗਮਨ ਕਰ ਗਏ ਨੇ। ਬਾਬਾ ਮੋਹਨ ਜੀ ਕਰ ਗਏ ਨੇ। ਮਾਮਾ ਜੀ ਸਨ ਗੁਰੂ ਅਰਜਨ ਦੇਵ ਜੀ ਦੇ ਬੀਬੀ ਭਾਨੀ ਦੇ ਵੱਡੇ ਭਾਈ ਸਨ। ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਦੇ ਭਰਾ ਹੋਣ ਕਰਕੇ ਇਹ ਦੋਵੇਂ ਹੀ ਮਾਮੇ ਕਹੇ ਜਾਂਦੇ ਸਨ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਪਰਲੋਕ ਗਮਨ ਕਰ ਗਏ ਹਨ। ਅਪਰ ਨਰਨ ਸਮ ਸ਼ੋਕ ਕਰਿਓ ਹੈ। ਕਹਿੰਦੇ ਹੋਰ ਲੋਕਾਂ ਤਰ੍ਹਾਂ ਸ਼ੋਕ ਕਰਨ ਲੱਗ ਪਏ, ਸਤਿਗੁਰੂ ਬੈਰਾਗ ਕਰਨ ਲੱਗ ਪਏ ਹਨ ਮਹਾਂਪੁਰਸ਼ਾਂ ਦਾ। ਰੁਚਰ ਬਿਲੋਚਨ ਨੀਰ ਭਰਿਓ ਹੈ। ਸੁੰਦਰ ਨੇਤਰਾਂ ਵਿੱਚ ਪਿਆਰ ਦੇ ਹੰਝੂ ਆ ਗਏ ਹਨ। ਪਹੁੰਚਤ ਹੈ ਰੁਮਾਲ ਕੇ ਸਾਥ। ਸਤਿਗੁਰੂ ਜੀ ਬਾਬਾ ਮੋਹਰੀ ਜੀ ਨੂੰ, ਬਾਬਾ ਮੋਹਨ ਜੀ ਨੂੰ, ਮਨੋਹਰ ਦਾਸ ਆਦਿਕਾਂ ਨੂੰ ਯਾਦ ਕਰਕੇ ਆਪਣੇ ਨੇਤਰਾਂ ਦਾ ਜਲ ਰੁਮਾਲ ਨਾਲ ਪੂੰਝਦੇ ਹਨ। ਵਹਿਰ ਦਵਾਰ ਤੇ ਨਿਕਸੇ ਨਾਥ। ਤੇ ਮਹਾਰਾਜ ਆਪਣੇ ਘਰ ਤੋਂ ਬਾਹਰ ਨਿਕਲੇ ਹਨ ਛੇਵੇਂ ਪਾਤਸ਼ਾਹ ਜੀ। ਬੈਠੇ ਅਪਰ ਨਰਨ ਸਮਸੋਏ। ਤੇ ਮਹਾਰਾਜ ਦੀਵਾਨ ਵਿੱਚ ਹੋਰ ਲੋਕਾਂ ਦੇ ਵਿੱਚ ਬੈਠ ਗਏ ਹਨ, ਸੰਗਤ ਵਿੱਚ ਸਜ ਗਏ ਹਨ। ਸੁਨ ਸੁਨ ਆਏ ਗਏ ਸਭ ਕੋਏ। ਸੁਣ ਸੁਣ ਕੇ ਬਹੁਤ ਸਾਰੇ ਲੋਕ ਉੱਥੇ ਆਉਣ ਲੱਗੇ ਹਨ। ਤੇਰੇ ਸਭ ਮਹਿਤਬ ਗੁਰੂ ਅਗਾਧ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਗੁਰਸਿੱਖਾਂ ਵਿੱਚ ਬੈਠੇ ਹਨ। ਖਬਰ ਬੜੇ ਦੁੱਖ ਦੀ ਮਿਲੀ ਹੈ। ਸਾਹਿਬਜ਼ਾਦਿਆਂ ਦੇ ਚਲਾਣੇ ਬਾਬਾ ਮੋਹਨ ਜੀ ਦਾ, ਬਾਬਾ ਮੋਹਰੀ ਜੀ ਦਾ, ਬਾਬਾ ਮਨੋਹਰ ਦਾਸ ਜੀ ਦਾ ਚਲਾਣਾ ਸੁਣਿਆ ਹੈ। ਧਏ ਮੌਨਤਾ ਲਗੀ ਸਮਾਧ। ਮਹਾਰਾਜ ਚੁੱਪ ਕਰਕੇ ਬੈਠੇ ਨੇ ਤੇ ਸਮਾਧ ਲੱਗ ਗਈ ਹੈ। ਅੰਤਰਮੁਖੀ ਬਿਰਤੀ ਕਰ ਲਈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਸਮਾਧੀ ਸਥਿਤ ਹੋ ਗਏ ਹਨ। ਦੋਏ ਘਟ ਕਾ ਆਸਨ ਥਿਰ ਰਹੇ। ਜਿੱਥੇ ਬੈਠੇ ਸਨ ਉੱਥੇ ਹੀ ਨੇਤਰ ਬੰਦ ਹੋ ਗਏ, ਉੱਥੇ ਹੀ ਸਮਾਧੀ ਲੱਗ ਗਈ, ਧਿਆਨ ਜੁੜ ਗਿਆ। 2 ਘੜੀਆਂ ਸਮਾਧੀ ਵਿੱਚ ਹੀ ਬੈਠੇ ਰਹੇ ਹਨ। ਲੋਚਨ ਮੁੰਦਨ ਤਨ ਸੁਧ ਅਹੇ। ਨੇਤਰ ਬੰਦ ਤੇ ਸਰੀਰ ਦੀ ਸੁਧ ਬੁੱਧ ਨਹੀਂ ਆਈ। ਰਹੇ ਅਡੋਲ ਅੰਗ ਤਿਸ ਕਾਲ। ਮਹਾਰਾਜ ਦੇ ਸਰੀਰ ਦੇ ਅੰਗ ਅਡੋਲ ਹਨ। ਅਡੋਲ ਬੈਠੇ ਨੇ ਸਤਿਗੁਰੂ ਜੀ ਸਮਾਧੀ ਸਥਿਤ ਹੋ ਕੇ। ਪੁਨ ਖੋਲੇ ਦ੍ਰਿਗ ਰਚਰ ਵਿਸਾਲ। 2 ਘੜੀਆਂ ਤੋਂ ਬਾਅਦ ਮਹਾਰਾਜ ਨੇ ਨੇਤਰ ਖੋਲੇ ਹਨ। ਵਾਹ ਵਾਹ ਮੁਕਤੇ ਤਬ ਕਹਿਓ। ਕਹਿੰਦੇ ਉਸ ਵੇਲੇ ਮੂੰਹ ਤੋਂ ਨਿਕਲਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ, ਦਾਸ ਮਨੋਹਰ ਬੜ ਪਦ ਲਹਿਓ। ਤੇ ਮੂੰਹ ਤੋਂ ਨਿਕਲਿਆ ਵਾਹ ਜੀ ਵਾਹ। ਬਾਬਾ ਮਨੋਹਰ ਦਾਸ ਜੀ ਧੰਨ ਸਨ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਰਸਨਾ ਦੇ ਬੋਲ ਹਨ। ਮਹਾਰਾਜ ਕਹਿੰਦੇ ਬਾਬਾ ਮਨੋਹਰ ਦਾਸ ਜੀ ਨੇ ਬੜੀ ਵੱਡੀ ਪਦਵੀ ਪ੍ਰਾਪਤ ਕਰ ਲਈ ਹੈ। ਬੂਝਨ ਕੋ ਸਭ ਹੂਨ ਸੁਨਾਇਓ। ਤੇ ਜਦੋਂ ਸਿੱਖ ਕੋਲ ਬੈਠੇ ਸਨ, ਉਹਨਾਂ ਨੇ ਪੁੱਛਿਆ ਮਹਾਰਾਜ ਜੀ ਬਾਬਾ ਮਨੋਹਰ ਦਾਸ ਜੀ ਕੌਣ ਸਨ? ਬਾਬਾ ਮਨੋਹਰ ਦਾਸ ਜੀ ਦੀ ਕੀ ਅਵਸਥਾ ਸੀ? ਗੁਰੂ ਘਰ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ? ਜਦੋਂ ਗੁਰਸਿੱਖਾਂ ਨੇ ਇਹ ਪ੍ਰਸ਼ਨ ਕੀਤਾ
ਤਾਂ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਮਨੋਹਰ ਦਾਸ ਜੀ ਬਾਰੇ ਦੱਸਦੇ ਹਨ। ਕੌਣ ਕਰਮ ਤਪ ਫਲ ਤਿਨ ਪਾਇਓ। ਕਹਿੰਦੇ ਸਿੱਖਾਂ ਨੇ ਪੁੱਛਿਆ, ਬਾਬਾ ਜੀ ਮਨੋਹਰ ਦਾਸ ਜੀ ਦੇ ਕਰਮ ਕੈਸੇ ਸਨ? ਕਿਹੜੇ ਕਰਮਾਂ ਦੀ ਉਹਨਾਂ ਨੂੰ ਇਹ ਪਦਵੀ ਮਿਲੀ ਹੈ ਕਿ ਆਪ ਜੀ ਕਹਿ ਰਹੇ ਹੋ ਵੀ ਉਹ ਸੱਚਖੰਡ ਜਾ ਬਿਰਾਜੇ ਹਨ? ਕਸ਼ਮੀਰੀ ਇੱਕ ਸਿੱਖ ਵਿਸਾਲਾ। ਮਹਾਰਾਜ ਕਹਿੰਦੇ, ਭਾਈ ਇਹ ਕਸ਼ਮੀਰ ਦਾ ਸਿੱਖ ਸੀ ਇੱਕ, ਗੁਰ ਟਿਗ ਰਹਿ ਸੁਨਾਮ ਕਮਾਲਾ। ਉਹ ਗੁਰੂ ਮਹਾਰਾਜ ਕੋਲ ਰਹਿੰਦਾ ਸੀ, ਉਹਦਾ ਨਾਮ ਭਾਈ ਕਮਾਲਾ ਸੀ, ਇਤਿਹਾਸ ਵਿੱਚ ਆਉਂਦਾ ਹੈ। ਤਿਨ ਕਰ ਜੋਰ ਕਹਿਓ ਸੁਨ ਸੁਆਮੀ। ਭਾਈ ਕਮਾਲੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਹੇ ਸੱਚੇ ਪਾਤਸ਼ਾਹ ਜੀਓ, ਸਭ ਕਿਛ ਜਾਣੋ ਅੰਤਰ ਜਾਮੀ। ਆਪ ਜੀ ਜਾਣੀ ਜਾਣੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਆਪ ਜੀ ਅੰਤਰਜਾਮੀ ਹੋ ਸੱਚੇ ਪਾਤਸ਼ਾਹ ਜੀ। ਤੋ ਦਾਸ ਕੇ ਗੁਣ ਬਿਤਤਾਵਨ। ਫਿਰ ਵੀ ਮਹਾਰਾਜ ਆਪਣੇ ਦਾਸਾਂ ਨੂੰ ਵਡਿਆਈ ਦਿੰਦੇ ਹੋ, ਆਪਣੇ ਸੇਵਕਾਂ ਨੂੰ ਗੁਣ ਬਖਸ਼ਦੇ ਹੋ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਿਰਗੁਣਿਆਰਿਆਂ ਨੂੰ ਗੁਣ ਦਿੰਦੇ ਹੋ, ਗੁਣਵੰਤਿਆਂ ਨੂੰ ਹੋਰ ਗੁਣ ਦਿੰਦੇ ਹੋ, ਆਪਣੇ ਸੇਵਕਾਂ ਦੇ ਗੁਣ ਪ੍ਰਗਟ ਕਰਦੇ ਹੋ। ਬੂਝਤ ਹੋ ਮੈਂ ਕਰੋ ਸੁਨਾਵਨ। ਤੇ ਮਹਾਰਾਜ ਆਪ ਜੀ ਪੁੱਛਦੇ ਹੋ ਤਾਂ ਮੈਂ ਦੱਸਦਾ। ਭਾਈ ਕਮਾਲਾ ਜੀ ਕਸ਼ਮੀਰ ਦੇ ਰਹਿਣ ਵਾਲੇ ਦੱਸਣ ਲੱਗੇ ਸ੍ਰੀ ਗੁਰੂ ਅਰਜਨ ਕੋਲੇ ਗੋਦ। ਕਿ ਭਾਈ ਮਨੋਹਰ ਦਾਸ ਜੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਖਿਡਾਇਆ ਕਰਦੇ ਸਨ, ਗੋਦੀ ਵਿੱਚ ਲੈ ਕੇ। ਰਹਿਓ ਬਿਲਾਵਤ ਪਾਏ ਪ੍ਰਮੋਦ। ਕਹਿੰਦੇ ਬਾਬਾ ਜੀ ਮਨੋਹਰ ਦਾਸ ਜੀ ਬੜੇ ਸੇਵਕ ਸਨ ਗੁਰੂ ਅਮਰਦਾਸ ਜੀ ਦੇ ਸਮੇਂ, ਗੋਇੰਦਵਾਲ ਸਾਹਿਬ 'ਚ ਰਹਿੰਦੇ ਸਨ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਅਵਤਾਰ ਹੋਇਆ 1563 ਦੇ ਵਿੱਚ, ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਛੋਟੇ ਜਿਹੇ ਹੁੰਦੇ ਵਿਹੜੇ 'ਚ ਰਿੜਿਆ ਕਰਦੇ ਸਨ, ਤੇ ਬਾਬਾ ਮਨੋਹਰ ਦਾਸ ਜੀ ਗੁਰੂ ਅਰਜਨ ਦੇਵ ਜੀ ਨੂੰ ਗੋਦੀ ਚੁੱਕ ਕੇ ਖਿਡਾਇਆ ਕਰਦੇ ਸਨ। ਰਹਿਓ ਬਿਲਾਵਤ ਪਾਏ ਪ੍ਰਮੋਦ। ਔਰ ਸਾਰਾ ਸਾਰਾ ਦਿਨ ਗੋਦੀ 'ਚ ਖਿਡਾਈ ਜਾਣਾ ਤੇ ਬੜੇ ਖੁਸ਼ ਰਹਿਣਾ। ਉਹਨਾਂ ਦਾ ਗੁਰੂ ਅਰਜਨ ਦੇਵ ਜੀ ਨਾਲ ਇੰਨਾ ਪ੍ਰੇਮ ਹੋ ਗਿਆ ਵੀ ਉਹ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਰਹਿ ਨਹੀਂ ਸੀ ਸਕਦੇ। ਇੱਕ ਤੋਂ ਇਹੋ ਸ਼ੁਭ ਕਰਮ ਮਹਾਨਾ। ਇੱਕ ਤਾਂ ਇਹ ਬੜਾ ਵੱਡਾ ਉਹਨਾਂ ਦਾ ਸ਼ੁਭ ਕਰਮ ਸੀ ਵੀ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਹੁਤਾ ਸਮਾਂ ਗੋਦੀ ਚੁੱਕਿਆ। ਬਾਲ ਅਵਸਥਾ 'ਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਗੁਰਦੁਆਰਾ ਚੁਬਾਰਾ ਸਾਹਿਬ ਗੋਇੰਦਵਾਲ ਸਾਹਿਬ ਦੇ ਅੰਦਰ ਜਦੋਂ ਖੇਡਦੇ ਸਨ, ਰਿੜ੍ਹਦੇ ਸਨ, ਤਾਂ ਬਾਬਾ ਮਨੋਹਰ ਦਾਸ ਜੀ ਉਹਨਾਂ ਨੂੰ ਗੋਦੀ ਚੁੱਕ ਕੇ ਬਾਹਰ ਗਲੀ ਵਿੱਚ ਘੁਮਾਇਆ ਕਰਦੇ। ਕਦੀ ਬੌਲੀ ਸਾਹਿਬ ਲੈ ਜਾਂਦੇ, ਕਦੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਲੈ ਜਾਂਦੇ। ਤੇ ਗੁਰੂ ਅਰਜਨ ਦੇਵ ਜੀ ਨੂੰ ਗੋਦੀ ਚੁੱਕਣ ਦੀ ਸੇਵਾ ਧੰਨ ਬਾਬਾ ਮਨੋਹਰ ਦਾਸ ਜੀ ਦੇ ਹਿੱਸੇ ਆਈ ਹੈ। ਅਪਰ ਸੁਣੋ ਜੋ ਤਿਸ ਕ੍ਰਿਤ ਠਾਨਾ। ਹੋਰ ਉਹਨਾਂ ਦੀ ਹੋਰ ਵੀ ਗੱਲਾਂ ਬੜੀਆਂ ਨੇ। ਇੱਕ ਤਾਂ ਉਹਨਾਂ ਦੀ ਸੇਵਾ ਹੋ ਗਈ ਗੁਰੂ ਅਰਜਨ ਦੇਵ ਜੀ ਦੀ, ਉਹਨਾਂ ਨੇ ਕੀਤੀ ਹੈ ਗੋਦੀ ਚੁੱਕਣ ਦੀ। ਹੋਰ ਵੀ ਜਿਹੜੇ ਕੰਮ ਕੀਤੇ ਉਹ ਵੀ ਸੁਣੋ। ਗੁਰ ਅਮਰ ਜੀ ਸੇਵਨ ਕਰੇ। ਬਾਬਾ ਮਨੋਹਰ ਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਵੀ ਬੜੀ ਸੇਵਾ ਕੀਤੀ ਹੈ, ਕਿਉਂਕਿ ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ, ਉਦੋਂ ਮਹਾਰਾਜ ਗੁਰੂ ਅਮਰਦਾਸ ਜੀ ਗੱਦੀ 'ਤੇ ਸਨ, ਤੇ ਉਹਨਾਂ ਦੀ ਸੇਵਾ ਬਾਬਾ ਮਨੋਹਰ ਦਾਸ ਜੀ ਕਰਿਆ ਕਰਦੇ ਸਨ। ਪੂਰਨਮਾਸ਼ੀ ਮੇਲਾ ਭਰੇ। ਹਰ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਸੀ। ਗੋਇੰਦਵਾਲ ਸਾਹਿਬ ਪੂਰਨਮਾਸ਼ੀ ਦਾ ਮੇਲਾ ਭਰਦਾ ਸੀ। ਤਪਹਿ ਪ੍ਰੀਤ ਧਰ ਕਰਹਿ ਆਹਾਰਾ। ਤੇ ਬਾਬਾ ਮਨੋਹਰ ਦਾਸ ਜੀ ਪੂਰਨਮਾਸ਼ੀ ਦੇ ਉੱਤੇ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਸੀ। ਖਾਸ ਤੌਰ ਤੇ ਜਿਹੜਾ ਪੂਰਨਮਾਸ਼ੀ ਦਾ ਲੰਗਰ ਹੈ, ਉਹਦੇ ਵਿੱਚ ਖੀਰ, ਕੜਾਹ, ਵਧੀਆ ਵਧੀਆ ਪਕਵਾਨ, ਦਾਲਾਂ, ਸਬਜ਼ੀਆਂ ਬਾਬਾ ਮਨੋਹਰ ਦਾਸ ਜੀ ਆਪਣੇ ਹੱਥੀਂ ਤਿਆਰ ਕਰਦੇ ਸਨ। ਅਨੇਕ ਪ੍ਰਕਾਰਨ ਕੇ ਕਰ ਤਿਆਰਾ। ਅਨੇਕਾਂ ਪ੍ਰਕਾਰ ਦੇ ਵਧੀਆ ਖਾਣੇ ਤਿਆਰ ਕਰਕੇ ਸ੍ਰੀ ਗੁਰੂ ਅਮਰ ਕੇਰ ਸੰਤਾਨ। ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦਿਆਂ ਨੂੰ ਛਕਾਇਆ ਕਰਦੇ ਸਨ। ਉਹ ਲੰਗਰ ਜਿਹੜਾ ਪੂਰਨਮਾਸ਼ੀ ਨੂੰ ਬਾਬਾ ਜੀ ਬਣਾਉਂਦੇ ਸੀ, ਬਾਬਾ ਮਨੋਹਰ ਦਾਸ ਜੀ, ਉਹ ਸਾਰੀ ਸੰਗਤ ਨੂੰ ਵੀ ਛਕਾਉਂਦੇ ਸੀ,
ਪਰ ਗੁਰੂ ਦੇ ਪੁੱਤਰ ਪੋਤਰਿਆਂ ਨੂੰ ਆਪਣੇ ਹੱਥੀਂ ਛਕਾਉਂਦੇ ਸੀ। ਤਿਨਹਿ ਅਚਾਵਹਿ ਕਰ ਕਰ ਮਾਨ। ਬੜੇ ਆਦਰ ਨਾਲ ਸਤਿਕਾਰ ਨਾਲ ਵੀ ਗੁਰੂ ਦੇ ਪੁੱਤਰ ਪੋਤਰੇ ਹਨ, ਗੁਰੂ ਦੀ ਅੰਸ਼ ਬੰਸ ਹਨ। ਇਹ ਗੁਰੂਆਂ ਦੇ ਪੁੱਤਰਾਂ ਦਾ ਸਤਿਕਾਰ ਗੁਰੂ ਘਰ ਵਿੱਚ ਕਾਇਮ ਕਰਨ ਵਾਸਤੇ ਬਾਬਾ ਮਨੋਹਰ ਦਾਸ ਜੀ ਸਾਨੂੰ ਵੀ ਸਮੱਤ ਦਿੰਦੇ ਸਨ ਵੀ ਭਾਈ ਗੁਰੂ ਦੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਿਵੇਂ ਕਰੀਦਾ ਹੈ। ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਛਕਾਉਂਦੇ ਸਨ। ਮਨ ਭਾਵਤ ਦੇ ਮੋਦ ਪ੍ਰਵੀਨ। ਮਨ ਭਾਉਂਦੇ ਵਧੀਆ ਸਵਾਦਿਸ਼ਟ ਖਾਣੇ ਬਣਾ ਕੇ ਛਕਾਉਂਦੇ ਸਨ। ਪੁਨ ਪਹਿਰਾਵਹਿ ਬਸਤਰ ਨਵੀਨ। ਤੇ ਫਿਰ ਨਵੇਂ ਬਸਤਰ ਸਾਧ ਸੰਗਤ ਜੀ ਮਹਾਰਾਜ ਗੁਰੂ ਅਮਰਦਾਸ ਜੀ ਦੇ ਪੁੱਤ ਪੋਤਿਆਂ ਪੜੋਤਿਆਂ ਨੂੰ ਬਾਬਾ ਮਨੋਹਰ ਦਾਸ ਜੀ ਸਵਾ ਕੇ ਪਵਾਉਂਦੇ ਸਨ। ਤਿਨ ਕੋ ਸੇਵਹਿ ਅਨੇਕ ਪ੍ਰਕਾਰੇ। ਉਹ ਗੁਰੂ ਪੁੱਤਰਾਂ ਦਾ ਬਹੁਤ ਸਤਿਕਾਰ ਕਰਦੇ ਸਨ। ਭੱਲੇ ਸਾਹਿਬਜ਼ਾਦਿਆਂ ਦੀ ਸੇਵਾ ਬਾਬਾ ਮਨੋਹਰ ਦਾਸ ਜੀ ਨੇ ਸਾਰੀ ਜ਼ਿੰਦਗੀ ਕੀਤੀ ਹੈ। ਕਰਹਿ ਕੀਰਤਨ ਜਾਏ ਚੁਬਾਰੇ। ਤੇ ਜਦੋਂ ਸੇਵਾ ਤੋਂ ਵਿਹਲੇ ਹੁੰਦੇ ਸੀ ਚੁਬਾਰਾ ਸਾਹਿਬ ਜਾ ਕੇ ਕੀਰਤਨ ਕਰਨ ਲੱਗ ਜਾਂਦੇ ਸੀ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਕੀਰਤਨ ਸੁਣਾਉਣਾ, ਗੁਰੂ ਰਾਮਦਾਸ ਜੀ ਨੂੰ ਕੀਰਤਨ ਸੁਣਾਉਣਾ, ਗੁਰੂ ਅਰਜਨ ਦੇਵ ਜੀ ਨੂੰ ਵੀ ਕੀਰਤਨ ਸੁਣਾਉਣਾ। ਉਸ ਤੋਂ ਬਾਅਦ 6ਵੇਂ ਪਾਤਸ਼ਾਹ ਨੂੰ ਵੀ ਕੀਰਤਨ ਸੁਣਾਉਂਦੇ ਰਹੇ ਨੇ। ਬਹੁਤ ਲੰਮੀ ਉਮਰ ਬਾਬਾ ਮਨੋਹਰ ਦਾਸ ਜੀ ਦੀ ਹੋਈ ਹੈ। ਕਬਹਿ ਬਾਵਲੀ ਬੈਠੈ ਆਏ। ਕਦੀ ਬਾਬਾ ਮਨੋਹਰ ਦਾਸ ਜੀ ਬੌਲੀ ਸਾਹਿਬ ਜਿਹੜੀ 84 ਪੌੜੀਆਂ ਵਾਲੀ ਗੋਇੰਦਵਾਲ ਸਾਹਿਬ ਦੀ ਬੌਲੀ ਹੈ ਉਹਦੇ ਕੋਲ ਆ ਕੇ ਬਹਿ ਕੇ ਕੀਰਤਨ ਕਰਨ ਲੱਗ ਜਾਂਦੇ ਸਨ। ਆਸਾ ਵਾਰ ਸ਼ਬਦ ਜੁਤ ਗਾਏ। ਆਸਾ ਦੀ ਵਾਰ ਸਵੇਰੇ ਸ਼ਬਦਾਂ ਸਮੇਤ ਛਕਿਆਂ ਸਮੇਤ ਬਾਬਾ ਮਨੋਹਰ ਦਾਸ ਜੀ ਕੀਰਤਨ ਕਰਿਆ ਕਰਦੇ ਸਨ। ਬਾਣੀ ਦੇ ਵੀ ਬੜੇ ਰਸੀਏ ਸਨ, ਕੀਰਤਨੀਏ ਸਨ। ਉਹਨਾਂ ਨੂੰ ਸੰਤ ਮਨੋਹਰ ਦਾਸ ਕਹਿੰਦੇ ਸੀ। ਅੱਜ ਕੱਲ੍ਹ ਕਈ ਲੋਕ ਕਹਿੰਦੇ ਨਾ ਆ ਜਿਹੜੇ ਨਵੇਂ ਚੱਲੇ ਆ ਨਾ ਇਹਨਾਂ ਦਾ ਹੁਣ ਪ੍ਰਚਾਰ ਸਾਰਾ ਸਿੱਖੀ ਦੇ ਉਲਟ ਹੀ ਚੱਲਣਾ। ਹੁਣ ਇਹ ਵੀ ਕਹਿਣ ਲੱਗ ਪਏ ਵੇ ਸੰਤ ਤਾਂ ਜੀ ਅੰਗਰੇਜ਼ਾਂ ਤੋਂ ਬਾਅਦ ਹੋਏ ਨੇ, ਪਹਿਲਾਂ ਸੰਤ ਨਹੀਂ ਕੋਈ ਹੋਇਆ। ਇਹ ਪ੍ਰਚਾਰ ਆਪਾਂ ਬਹੁਤ ਆਪਣੀ ਕਥਾ ਸਟੇਜਾਂ ਉੱਤੇ ਸੁਣਿਆ। ਆਖੇ ਜੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਸੰਤ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ ਤੇ ਸੰਤ ਰੱਬ ਨੂੰ ਕਹਿੰਦੇ ਨੇ। ਨਹੀਂ ਸਾਧ ਸੰਗਤ ਜੀ, ਪਰਮਾਤਮਾ ਦੇ ਭਗਤਾਂ ਨੂੰ ਸੰਤ ਕਹਿੰਦੇ ਨੇ। ਜਿਵੇਂ ਬਾਣੀ 'ਚ ਆਉਂਦਾ ਨਾ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਪ੍ਰਹਲਾਦ ਭਗਤ ਨੂੰ ਸੰਤ ਕਿਹਾ ਬਾਣੀ ਵਿੱਚ। ਫਿਰ ਕਬੀਰ ਸਾਹਿਬ ਨੇ ਲਿਖਿਆ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕਬੀਰ ਦੇ ਹੱਥ ਪੈਰ ਬੰਨ੍ਹ ਕੇ ਪੋਟਲੀ ਬੰਨ੍ਹ ਕੇ ਹਾਥੀ ਦੇ ਅੱਗੇ ਸਿੱਟ ਦਿੱਤਾ ਸੀ ਬਾਦਸ਼ਾਹ ਸਿਕੰਦਰ ਲੋਧੀ ਨੇ। ਤੇ ਉਹ ਹਾਥੀ ਜਿਹੜਾ ਸੀ ਉਹ ਕਬੀਰ ਨੂੰ ਨਮਸਕਾਰ ਕਰਦਾ ਸੀ। ਉਹ ਕਹਿੰਦਾ ਸੀ ਵੀ ਇਸ ਸੰਤ ਨੇ ਕੀ ਅਪਰਾਧ ਕੀਤਾ ਵੀ ਮੈਂ ਇਹਨੂੰ ਮਾਰਾਂ। ਤਾਂ ਉਹ ਬਚਨ ਉਹਨਾਂ ਨੇ ਕਬੀਰ ਜੀ ਨੇ ਲਿਖਿਆ। ਉਹ ਕਬੀਰ ਜੀ ਵਾਸਤੇ ਆਪਣੇ ਵਾਸਤੇ ਸੰਤ ਸ਼ਬਦ ਲਿਖਿਆ ਹੈ। ਤੇ ਇੱਥੇ ਬਾਬਾ ਮਨੋਹਰ ਦਾਸ ਜੀ ਨੂੰ ਵੀ ਸੰਤ ਲਿਖਿਆ ਹੋਇਆ। ਸੰਤ ਮਨੋਹਰ ਦਾਸ, ਸੰਤ ਮਨੋਹਰ ਦਾਸ ਜੀ ਗੋਇੰਦਵਾਲ ਸਾਹਿਬ ਰਹਿੰਦੇ ਸੀ। ਗੁਰੂ ਅਰਜਨ ਦੇਵ ਜੀ ਨੂੰ ਗੋਦੀ 'ਚ ਖਿਡਾਉਂਦੇ ਰਹੇ ਹਨ। ਗੁਰੂ ਅਮਰ ਸੰਤਤ ਕੇ ਪਾਸ। ਗੁਰੂ ਅਮਰਦਾਸ ਜੀ ਦੀ ਔਲਾਦ ਦੀ ਬਹੁਤ ਉਹਨਾਂ ਨੇ ਸੇਵਾ ਕੀਤੀ। ਗੋਇੰਦਵਾਲ ਸਾਹਿਬ ਰਹੇ ਸਾਰੀ ਉਮਰ। ਬੌਲੀ ਸਾਹਿਬ ਕਦੀ ਉਹਨਾਂ ਨੇ ਕੀਰਤਨ ਕਰਨਾ, ਕਦੀ ਉਹਨਾਂ ਨੇ ਕੜਛਾ ਫੜ ਕੇ ਲੰਗਰ ਬਣਾਉਣਾ, ਕਦੀ ਲੰਗਰ ਵਰਤਾਉਣਾ। ਤੇ ਖਾਸ ਕਰਕੇ ਗੁਰੂ ਦੇ ਪੁੱਤਰਾਂ ਵਾਸਤੇ ਵਧੀਆ ਤੋਂ ਵਧੀਆ ਕੱਪੜੇ ਬਣਾ ਕੇ ਉਹਨਾਂ ਨੂੰ ਪਵਾਉਣੇ। ਸਾਹਿਬਜ਼ਾਦਿਆਂ ਦੀ ਸੇਵਾ ਬਹੁਤ ਕਰਦੇ ਸਨ। ਕਰ ਗੁਰ ਭਗਤ ਮਨੋਹਰ ਦਾਸ। ਬਾਬਾ ਮਨੋਹਰ ਦਾਸ ਜੀ ਨੇ ਗੁਰੂ ਦੀ ਭਗਤੀ ਕੀਤੀ ਹੈ। ਜਿਵੇਂ ਇੱਕ ਸਿੱਖ ਆਪਣੇ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਨਾ, ਉੱਦਾਂ ਬਾਬਾ ਮਨੋਹਰ ਦਾਸ ਜੀ ਨੇ ਕੀਤੀ ਹੈ। ਇਨ ਸ਼ੁਭ ਕਰਮਨ ਕੋ ਫਲ ਹੋਵਾ। ਇਹੋ ਜਿਹੇ ਸ਼ੁਭ ਕਰਮਾਂ ਦਾ ਫਲ ਉਹਨਾਂ ਨੂੰ ਮਿਲਿਆ ਹੈ। ਲਹਿਓ ਮਹਾਪਦ ਜੋ ਤੁਮ ਜੋਵਾ। ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਸੀਂ ਵੇਖਿਆ ਹੈ ਨਾ ਆਪਣੇ ਅਨੁਭਵ ਦੇ ਵਿੱਚ ਸਮਾਧੀ 'ਚ ਬਹਿ ਕੇ, ਧੰਨ ਬਾਬਾ ਮਨੋਹਰ ਦਾਸ ਸੱਚਖੰਡ ਪਹੁੰਚ ਗਏ ਨੇ। ਮਹਾਰਾਜ ਜੀ ਇਹ ਮਨੋਹਰ ਦਾਸ ਦੀ ਸੇਵਾ ਹੀ ਬੜੀ ਸੀ। ਮਨੋਹਰ ਦਾਸ ਦੀ ਘਾਲਣਾ ਹੀ ਬੜੀ ਸੀ। ਜਿੰਨੀ ਕੋਈ ਘਾਲਣਾ ਘਾਲਦਾ ਓਨਾ ਉੱਚਾ ਪਦ ਮਿਲ ਜਾਂਦਾ ਗੁਰੂ ਘਰ ਵਿੱਚੋਂ। ਧੰਨ ਬਾਬਾ ਮਨੋਹਰ ਦਾਸ ਜੀ ਨੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਮਹਾਰਾਜ ਤੁਹਾਡੇ ਸਮੇਂ ਤੱਕ 4 ਪਾਤਸ਼ਾਹੀਆਂ ਦੇ ਦਰਸ਼ਨ ਵੀ ਕੀਤੇ ਨੇ।
ਤੇ ਉਹਨਾਂ ਦੀ ਮਹਾਰਾਜ ਸੇਵਾ ਵੀ ਬੜੀ ਕੀਤੀ ਹੈ। ਕਹੇ ਆਪਕੇ ਹਮਨੇ ਜਾਣਿਓ। ਆ ਸੱਚੇ ਪਾਤਸ਼ਾਹ ਆਪ ਜੀ ਨੇ ਤਾਂ ਸੱਚਖੰਡ ਜਾ ਕੇ ਦੇਖ ਲਿਆ ਹੈ ਕਿ ਬਾਬਾ ਮਨੋਹਰ ਦਾਸ ਜੀ ਸੱਚਖੰਡ ਪਹੁੰਚ ਗਏ ਨੇ। ਆਪ ਜੀ ਦੇ ਕਹੇ ਤੇ ਅਸੀਂ ਵੀ ਜਾਣ ਗਏ ਹਾਂ ਬਈ ਉਹ ਮਹਾਂਪੁਰਸ਼ ਵਾਕਿਆ ਹੀ ਉੱਥੇ ਜਾਣ ਜੋਗੇ ਸਨ। ਸੱਚਖੰਡ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਸੱਚਖੰਡ ਅੱਪੜਨਾ ਬੜਾ ਔਖਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਬਰਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ। ਸੱਚਖੰਡ ਦੀ ਕਥਾ ਕਰ ਹੀ ਨਹੀਂ ਸਕਦਾ, ਕੋਈ ਦੱਸ ਹੀ ਨਹੀਂ ਸਕਦਾ। ਉੱਥੇ ਪਹੁੰਚਣਾ ਤਾਂ ਬੜੀ ਦੂਰ ਦੀ ਗੱਲ ਹੈ। ਧੰਨ ਬਾਬਾ ਮਨੋਹਰ ਦਾਸ ਜੀ ਆਪਣਾ ਜੀਵਨ ਸਫਲਾ ਕਰਕੇ ਉੱਥੇ ਜਾ ਪਹੁੰਚੇ ਹਨ। ਇਸ ਪ੍ਰਕਾਰ ਤਪ ਤਿਸਨੇ ਠਾਨਿਓ। ਇਸ ਪ੍ਰਕਾਰ ਦਾ ਤਪ ਬਾਬਾ ਮਨੋਹਰ ਦਾਸ ਜੀ ਨੇ ਕੀਤਾ ਹੈ। ਹਿਮ ਸੁਨ ਕੈ ਸ੍ਰੀ ਹਰਗੋਬਿੰਦ। ਬਾਬੇ ਕਮਲੇ ਕੋਲੋਂ, ਕਮਾਲੇ ਕੋਲੋਂ ਜਦੋਂ ਇਹ ਬਚਨ ਬਾਬੇ ਮਨੋਹਰ ਦਾਸ ਜੀ ਦੇ ਬਾਬਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੁਣੇ ਹਨ। ਬੋਲੇ ਬਾਕ ਸੁਨਾਵਤ ਬ੍ਰਿੰਦ। ਉੱਥੇ ਹੋਰ ਵੀ ਸੰਗਤਾਂ ਕੀਰਤਪੁਰ ਸਾਹਿਬ ਦੀਵਾਨ 'ਚ ਬੈਠੀਆਂ ਨੇ। ਗੁਰੂ ਸਾਹਿਬ ਦੇ ਕੋਲ ਬਾਬੇ ਮਨੋਹਰ ਦਾਸ ਦੀ ਗੱਲ ਚੱਲੀ ਹੈ ਤੇ ਮਹਾਰਾਜ ਦੀਆਂ ਅੱਖਾਂ 'ਚ ਬੈਰਾਗ ਦਾ ਜਲ ਆ ਗਿਆ ਤੇ ਸਾਰਿਆਂ ਨੂੰ ਸੁਣਾ ਕੇ ਛੇਵੇਂ ਪਾਤਸ਼ਾਹ ਬੋਲੇ। ਸ੍ਰੀ ਗੁਰੂ ਅਮਰਦਾਸ ਸੰਤਾਨ। ਕਹਿਣ ਲੱਗੇ ਧੰਨ ਗੁਰੂ ਅਮਰਦਾਸ ਮਹਾਰਾਜ, ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਉਹਨਾਂ ਦੀ ਜਿਹੜੀ ਸੰਤਾਨ ਹੈ, ਉਹਨਾਂ ਦੇ ਜਿਹੜੇ ਬੱਚੇ ਹਨ। ਹਮਨਹਿ ਸੇਵੇ ਕਬ ਨਿਜ ਪਾਨ। ਅਸੀਂ ਉਹਨਾਂ ਦੀ ਸੇਵਾ ਨਹੀਂ ਕੀਤੀ, ਸਾਡਾ ਜੀ ਕਰਦਾ ਅਸੀਂ ਵੀ ਉਹਨਾਂ ਦੀ ਸੇਵਾ ਕਰੀਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਧੰਨ ਬਾਬਾ ਮਨੋਹਰ ਦਾਸ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਅੰਸ ਬੰਸ ਦੀ ਸੇਵਾ ਕੀਤੀ, ਉਹ ਧੰਨ ਹੋ ਗਏ। ਸਾਨੂੰ ਮਹਾਰਾਜ ਨੇ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ। ਸਾਡਾ ਜੀ ਕਰਦਾ ਵੀ ਅਸੀਂ ਵੀ ਗੁਰੂ ਅਮਰਦਾਸ ਜੀ ਦੇ ਪੁੱਤ ਪੋਤਿਆਂ ਦੀ ਸੇਵਾ ਕਰੀਏ। ਕਰ ਸੋ ਟਹਿਲਨ ਹਮ ਤੇ ਹੋਈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਹੱਥਾਂ ਨਾਲ ਸੇਵਾ ਕਰਨ ਨੂੰ ਚਾਹੀਦੀ ਸੀ ਵੀ ਵੱਡਿਆਂ ਦੀ ਸੇਵਾ ਕਰੀਏ, ਪਰ ਸਾਡੇ ਕੋਲੋਂ ਹੱਥਾਂ ਨਾਲ ਉਹਨਾਂ ਦੀ ਸੇਵਾ ਹੋ ਨਹੀਂ ਸਕੀ। ਦੇਤ ਮਹਾਪਦਵੀ ਕੋ ਜਾਈ। ਕਹਿੰਦੇ ਜਿਹੜੀ ਸੇਵਾ ਮਹਾਪਦਵੀ ਤੇ ਪਹੁੰਚਾਉਂਦੀ ਹੈ, ਜਿਹੜੀ ਸੇਵਾ ਸੱਚਖੰਡ 'ਚ ਪਹੁੰਚਾਉਂਦੀ ਹੈ, ਜਿਹੜੀ ਸੇਵਾ ਕਰਕੇ ਬਾਬਾ ਮਨੋਹਰ ਦਾਸ ਜੀ ਸੱਚਖੰਡ ਪਹੁੰਚੇ ਨੇ, ਸਾਨੂੰ ਵੀ ਉਹ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਜਬ ਤੇ ਤੁਰਕਨ ਕੀਨ ਬਖੇਰਾ। ਮਹਾਰਾਜ ਕਹਿੰਦੇ ਜਦੋਂ ਦਾ ਤੁਰਕਾਂ ਨੇ ਬਖੇੜਾ ਕੀਤਾ, ਤੁਰਕਾਂ ਨੇ ਝਗੜਾ ਕੀਤਾ, ਜੰਗ ਕੀਤਾ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ, ਤਬ ਤੇ ਗੋਇੰਦਵਾਲ ਨਹੇਰਾ। ਉਦੋਂ ਬਾਅਦ ਅਸੀਂ ਗੋਇੰਦਵਾਲ ਸਾਹਿਬ ਨਹੀਂ ਜਾ ਸਕੇ। ਜਦੋਂ ਸ੍ਰੀ ਅੰਮ੍ਰਿਤਸਰ ਤੋਂ ਮਹਾਰਾਜ ਜੰਗ ਲੜ ਕੇ ਝਬਾਲ ਆਏ, ਛੋਟੇ ਬੇਟੀ ਬੀਬੀ ਬੀਰੋ ਦਾ ਵਿਆਹ ਕੀਤਾ ਝਬਾਲ, ਤੇ ਝਬਾਲ ਤੋਂ ਤਰਨਤਾਰਨ ਸਾਹਿਬ ਹੋ ਕੇ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਸਾਹਿਬ ਆਪਣਾ ਪਰਿਵਾਰ ਜਿਹੜਾ ਸੀ ਉਹ ਗੋਇੰਦਵਾਲ ਸਾਹਿਬ ਛੱਡ ਦਿੱਤਾ ਤੇ ਆਪ ਕਰਤਾਰਪੁਰ ਸਾਹਿਬ ਆ ਡੇਰੇ ਲਾਏ। ਹੋਰ ਬੜੇ ਸਥਾਨ ਪ੍ਰਗਟ ਕੀਤੇ, ਜੰਗ ਯੁੱਧ ਵੀ ਬੜੇ ਹੋਏ, ਹਰਗੋਬਿੰਦਪੁਰਾ ਵੀ ਬਣਾਇਆ ਤੇ ਇੱਧਰ ਮਹਾਰਾਜ ਦੀ ਧਰਤੀ, ਮਾਲਵੇ ਦੀ ਧਰਤੀ, ਡਰੌਲੀ ਭਾਈ ਕੀ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਰੂਪਾ ਭਾਈ ਕਾ, ਬਹੁਤ ਸਾਰੇ ਪਿੰਡ ਆਬਾਦ ਕੀਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ। ਉੱਪਰ ਗੋਇੰਦਵਾਲ ਨਹੀਂ ਜਾ ਸਕੇ ਮੁੜ ਕੇ। ਅੱਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਦੋਂ ਦਾ ਤੁਰਕਾਂ ਨਾਲ ਬਖੇੜਾ ਹੋਇਆ ਹੈ, ਉਸ ਤੋਂ ਬਾਅਦ ਸਾਨੂੰ ਮਹਾਰਾਜ ਗੁਰੂ ਅਮਰਦਾਸ ਦੀ ਨਗਰੀ ਦੇ ਦਰਸ਼ਨ ਕਰਨੇ ਨਹੀਂ ਨਸੀਬ ਹੋਏ। ਸ੍ਰੀ ਗੁਰੂ ਅਮਰਦਾਸ ਸੰਤਾਨ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੀ ਜੋ ਸੰਤਾਨ ਹੈ, ਉਹਨਾਂ ਦੇ ਜੋ ਬੱਚੇ ਪੋਤੇ ਪੜੋਤੇ ਹਨ, ਕਿਮ ਹਮ ਸੇਵਾ ਕਰਹਿ ਮਹਾਨ। ਸਾਡਾ ਜੀ ਕਰਦਾ ਅਸੀਂ ਉਹਨਾਂ ਦੀ ਸੇਵਾ ਕਰੀਏ, ਉਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਅਸੀਂ ਮਿਲੀਏ, ਉਹਨਾਂ ਦੀ ਸੇਵਾ ਕਰੀਏ। ਪਰ ਕਰੀਏ ਕਿਵੇਂ? ਉਹ ਗੋਇੰਦਵਾਲ 'ਚ ਬੈਠੇ ਨੇ ਤੇ ਸਾਡਾ ਹੁਣ ਉੱਧਰ ਜਾਣ ਦਾ ਹੁਕਮ ਨਹੀਂ ਹੈ ਵਾਹਿਗੁਰੂ ਵੱਲੋਂ, ਸਮਾਂ ਹੀ ਐਸਾ ਬਣ ਗਿਆ ਹੈ। ਤਿਸ ਪਰ ਹਮ ਤੇ ਜਾਏ ਨ ਜਾਈ। ਉੱਥੇ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਸਾਡੇ ਕੋਲੋਂ ਜਾ ਨਹੀਂ ਹੋਣਾ। ਤਿਰੰਕਾਲ ਖਾ ਖਬਰ ਨ ਪਾਈ। ਉਥੋਂ ਦੀ ਖਬਰ ਵੀ ਬਹੁਤ ਚਿਰ ਹੋ ਗਿਆ ਕਦੀ ਆਈ ਨਹੀਂ।
ਅੱਜ ਬੜੀ ਦੁੱਖ ਦੀ ਖਬਰ ਮਿਲੀ ਹੈ ਵੀ ਸੰਤ ਮਨੋਹਰ ਦਾਸ ਜੀ ਚਲਾਣਾ ਕਰ ਗਏ ਨੇ ਗੋਇੰਦਵਾਲ ਸਾਹਿਬ ਵਿੱਚ। ਹਮਕੋ ਰਹੇ ਜੋ ਬਿਗਨ ਵਿਸਾਲਾ, ਕਿਉਂਕਿ ਅਸੀਂ ਬਿਘਨਾਂ ਜੀ ਜੰਗਾਂ ਯੁੱਧਾਂ ਜੀ ਫਸੇ ਰਹੇ ਹਾਂ। ਤੁਰਕਨ ਸੰਗ ਜੰਗ ਸਭ ਕਾਲਾ, ਸਾਡੀ ਤਾਂ ਤੁਰਕਾਂ ਦੇ ਨਾਲ ਜੰਗ ਯੁੱਧ ਜਾਰੀ ਰਹੀ, ਖੰਡੇ ਖੜਕਦੇ ਰਹੇ ਹਨ। ਭਾਈ ਗੜੀਆ ਸੰਤ ਪ੍ਰਵੀਨ, ਮਹਾਰਾਜ ਦੇ ਕੋਲ ਉਸ ਵੇਲੇ ਇੱਕ ਮਹਾਂਪੁਰਸ਼ ਸੰਤ ਬੈਠੇ ਸਨ, ਜਿਨ੍ਹਾਂ ਨੂੰ ਸੰਤ ਭਾਈ ਗੜੀਆ ਜੀ ਕਹਿੰਦੇ ਹਨ। ਤਿਸ ਕੀ ਦਿਸ਼ਾ ਬਿਲੋਕਨ ਕੀਨ, ਉਹਦੇ ਵੱਲ ਸੰਤ ਗੜੀਏ ਵੱਲ ਗੁਰੂ ਮਹਾਰਾਜ ਸਾਹਿਬ ਜੀ ਛੇਵੇਂ ਪਾਤਸ਼ਾਹ ਨੇ ਵੇਖਿਆ। ਕਹਿਓ ਤਾਹੇ ਸੋ ਤੁਮ ਅਬ ਜਾਵਹੋ, ਮਹਾਰਾਜ ਕਹਿੰਦੇ ਭਾਈ ਗੜੀਆ ਜੀ ਤੁਸੀਂ ਗੋਇੰਦਵਾਲ ਸਾਹਿਬ ਜਾਓ। ਕਹਿ ਆਨੰਦ ਕੋ ਇਹ ਠਾਂ ਲਿਆਵਹੋ, ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਬਾਬਾ ਆਨੰਦ ਜੀ ਨੂੰ ਬੇਨਤੀ ਕਰਕੇ ਇੱਥੇ ਲੈ ਕੇ ਆਓ ਸਿਵਕਾ ਲੈ ਕਰ ਸੰਗ ਸਧਾਵਹੋ, ਤੇ ਪਾਲਕੀ ਲੈ ਕੇ ਜਾਓ। ਪਾਲਕੀ 'ਚ ਬਿਠਾ ਕੇ ਬਜ਼ੁਰਗ ਬਾਬਾ ਆਨੰਦ ਜੀ, ਜਿਨ੍ਹਾਂ ਨੂੰ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਨਮ ਦੇ ਸਮੇਂ ਬਾਣੀ ਉਚਾਰਨ ਕੀਤੀ ਸੀ। ਰਾਮਕਲੀ ਮਹੱਲਾ ਤੀਜਾ ਆਨੰਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਬਾਣੀ ਉਦੋਂ ਉਚਾਰਨ ਕੀਤੀ ਸੀ ਜਦੋਂ ਮਹਾਰਾਜ ਦੇ ਘਰ ਪੋਤਰੇ ਦਾ ਜਨਮ ਹੋਇਆ ਸੀ, ਬਾਬੇ ਮੋਹਰੀ ਦਾ ਪੁੱਤਰ, ਤੇ ਨਾਂ ਰੱਖਿਆ ਸੀ ਬਾਬਾ ਆਨੰਦ ਜੀ। ਹੁਣ ਤਾਂ ਬਹੁਤ ਬਜ਼ੁਰਗ ਹੋ ਚੁੱਕੇ ਨੇ ਬਾਬਾ ਆਨੰਦ ਜੀ, ਕਿਉਂਕਿ ਗੁਰੂ ਅਰਜਨ ਦੇਵ ਜੀ ਤੋਂ ਵੀ ਵੱਡੇ ਸਨ ਬਾਬਾ ਆਨੰਦ ਜੀ, ਤੇ ਹੁਣ ਤਾਂ 80 ਸਾਲਾਂ ਦੇ ਨੇੜੇ 90 ਦੇ ਪਹੁੰਚੇ। ਜਾਓ ਪਾਲਕੀ ਲੈ ਕੇ ਜਾਓ। ਤੇ ਬਾਬੇ ਆਨੰਦ ਜੀ ਨੂੰ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ ਵੀ ਲੱਗਦੇ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਤੇ ਬਾਬਾ ਆਨੰਦ ਜੀ ਮਾਮੀ ਫੁੱਫੀਆਂ ਦੇ ਸਨ। ਬਾਬਾ ਆਨੰਦ ਜੀ ਮਾਮੇ ਦੇ ਪੁੱਤਰ ਨੇ, ਗੁਰੂ ਅਰਜਨ ਦੇਵ ਜੀ ਭੂਆ ਦੇ ਪੁੱਤ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਕਰਕੇ ਤਾਇਆ ਜੀ ਲੱਗਦੇ ਨੇ। ਮਹਾਰਾਜ ਕਹਿੰਦੇ ਸਾਡੇ ਤਾਏ ਨੂੰ ਪਾਲਕੀ 'ਚ ਬਿਠਾ ਕੇ ਲਿਆਓ। ਗੋਇੰਦਵਾਲ ਜਾਏ ਦਰਸਾਵਹੋ, ਭਾਈ ਗੜੀਆ ਜੀ ਗੋਇੰਦਵਾਲ ਸਾਹਿਬ ਜਾਓ ਤੇ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਬੌਲੀ ਸਾਹਿਬ ਇਸ਼ਨਾਨ ਕਰਿਆ ਜੇ। ਸਾਡੇ ਵੱਲੋਂ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਇਆ ਜੇ, ਤੇ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਸਾਡੇ ਵੱਲੋਂ ਬੇਨਤੀ ਕਰਿਆ ਜੇ ਵੀ ਇੱਥੇ ਕੀਰਤਪੁਰ ਸਾਹਿਬ ਆ ਕੇ ਦਰਸ਼ਨ ਬਖਸ਼ਣ। ਐਮ ਆਨੰਦ ਕੇ ਸੰਗ ਬਖਾਨੋ, ਬਾਬੇ ਆਨੰਦ ਜੀ ਨੂੰ ਸਾਡੇ ਬਜ਼ੁਰਗਾਂ ਨੂੰ ਤਾਇਆ ਜੀ ਨੂੰ ਏਦਾਂ ਆਖਿਆ ਜੇ। ਕਰੋ ਕਿਰਪਾ ਬਿਗਨੈ ਗਨਹਾਨੋ, ਇਹ ਮਹਾਂਪੁਰਸ਼ੋ ਕਿਰਪਾ ਕਰੋ, ਤੁਹਾਨੂੰ ਛੇਵੇਂ ਪਾਤਸ਼ਾਹ ਯਾਦ ਕਰਦੇ ਨੇ। ਕੀਰਤਪੁਰ ਸਾਹਿਬ ਆਓ ਤੇ ਇੱਕ ਵਾਰੀ ਇਸ ਨਗਰੀ ਨੂੰ ਭਾਗ ਲਾਓ। ਦਰਸ਼ਨ ਤੀਜਾ ਬਿਰਦ ਸੰਭਾਰੋ, ਆਪਣੇ ਬਿਰਧ ਬਾਣੇ ਦੀ ਲਾਜ ਰੱਖੋ। ਮਹਾਂਪੁਰਸ਼ੋ ਅਸੀਂ ਤੁਹਾਡੇ ਬੱਚੇ ਹਾਂ, ਤੇ ਸਾਨੂੰ ਆ ਕੇ ਘਰ ਆ ਕੇ ਇੱਥੇ ਕੀਰਤਪੁਰ ਸਾਹਿਬ ਦਰਸ਼ਨ ਦਿਓ। ਆਵੋ ਇਕ ਠਾਂ ਬਿਲਮ ਵਿਸਾਰੋ, ਹਾਂ ਇੱਥੇ ਆਓ ਸ੍ਰੀ ਕੀਰਤਪੁਰ ਸਾਹਿਬ, ਤੇ ਦੇਰੀ ਨਾ ਲਾਓ, ਸਾਨੂੰ ਦਰਸ਼ਨ ਦਿਓ। ਅਸੀਂ ਗੋਇੰਦਵਾਲ ਸਾਹਿਬ ਆ ਨਹੀਂ ਸਕਦੇ, ਪਰਮੇਸ਼ਰ ਵੱਲੋਂ ਹੁਣ ਹੁਕਮ ਨਹੀਂ ਹੈ, ਪਰ ਬਾਬਾ ਜੀ ਇੱਥੇ ਆ ਕੇ ਸਾਨੂੰ ਦਰਸ਼ਨ ਦੇਣ, ਇਹ ਸਾਡੀ ਤਮੰਨਾ ਹੈ। ਲਿਖੀ ਪੱਤਰ ਕਾ ਦੀਨ ਸਹਾਥ, ਭਾਈ ਗੜੀਏ ਨੂੰ ਮਹਾਰਾਜ ਨੇ 5-7 ਸਿੱਖ ਦਿੱਤੇ, ਨਾਲ ਪਾਲਕੀ ਦਿੱਤੀ। ਇੱਕ ਬੇਨਤੀ ਅਰਦਾਸ ਚਿੱਠੀ ਲਿਖ ਕੇ ਭੇਜੀ ਕਿ ਬਾਬਾ ਆਨੰਦ ਜੀ ਨੂੰ ਕਹਿਣਾ ਵੀ ਆਹ ਚਿੱਠੀ ਵੀ ਪੜ੍ਹ ਲਓ ਤੇ ਜ਼ਬਾਨੀ ਵੀ ਬੇਨਤੀ ਕਰਿਆ ਜੇ। ਇੱਕ ਤਾਂ ਬਾਬੇ ਮਨੋਹਰ ਦਾਸ ਜੀ ਦਾ ਮਹਾਰਾਜ ਦੇ ਮਨ 'ਚ ਬਹੁਤ ਹੀ ਵਿਰਾਗ ਆ ਗਿਆ। ਬਾਬੇ ਮਨੋਹਰ ਦਾਸ ਜੀ ਦਾ ਜਦੋਂ ਚਲਾਣਾ ਸੁਣਿਆ ਨਾ, ਤੇ ਸਤਿਗੁਰੂ ਕਹਿੰਦੇ ਵੀ ਕਿੰਨੇ ਮਹਾਨ ਸਨ ਉਹ ਮਹਾਂਪੁਰਸ਼, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਤੋਂ ਲੈ ਕੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ, ਤੇ ਗੋਇੰਦਵਾਲ ਸਾਹਿਬ ਨਹੀਂ ਛੱਡਿਆ। ਗੋਇੰਦਵਾਲ ਸਾਹਿਬ ਹੀ ਰਹੇ। ਮਨੋਹਰ ਦਾਸ ਵੀ 2 ਹੋਏ ਨੇ ਗੋਇੰਦਵਾਲ ਵਿੱਚ। ਇੱਕ ਤਾਂ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਹੀ ਸਨ, ਉਹ ਵੀ ਮਨੋਹਰ ਦਾਸ ਹੋਏ ਨੇ। ਇੱਕ ਇਹ ਮਨੋਹਰ ਦਾਸ ਸਨ ਜਿਹੜੇ ਸੇਵਕ ਸਨ ਗੁਰੂ ਅਮਰਦਾਸ ਜੀ ਦੇ। ਇਹਨਾਂ ਨੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਗੋਦੀ 'ਚ ਖਿਡਾਇਆ, ਤੇ ਹਰ ਪੂਰਨਮਾਸ਼ੀ ਤੇ ਲੰਗਰ ਜਿਹੜਾ ਸੀ ਆਪਣੇ ਹੱਥੀਂ ਵਧੀਆ ਬਣਾ ਕੇ ਗੁਰੂ ਪੁੱਤਰਾਂ ਨੂੰ ਛਕਾਇਆ ਕਰਦੇ ਸਨ। ਇਹ ਬਾਬਾ ਮਨੋਹਰ ਦਾਸ, ਸੰਤ ਮਨੋਹਰ ਦਾਸ ਚੜ੍ਹਾਈ ਕਰ ਗਏ,
ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਉਹਨਾਂ ਦੀ ਯਾਦ ਵਿੱਚ, ਤੇ ਕਹਿੰਦੇ ਆ ਵੀ ਛੇਤੀ ਕਰੋ ਬਾਬਾ ਆਨੰਦ ਜੀ ਨੂੰ ਮਿਲੀਏ। ਗਮਨਿਓ ਲੀਨ ਪਾਲਕੀ ਸਾਥ, ਕਹਿੰਦੇ ਪਾਲਕੀ ਲੈ ਕੇ ਭਾਈ ਗੜੀਆ ਜੀ 5 7 10 ਸਿੱਖਾਂ ਨੂੰ ਵੀ ਨਾਲ ਲੈ ਕੇ ਗੋਇੰਦਵਾਲ ਸਾਹਿਬ ਨੂੰ ਚੱਲ ਪਏ। ਸੁਨੈ ਸੁਨੈ ਪਰ ਗੋਇੰਦਵਾਲ, ਔਰ ਸਹਿਜੇ ਸਹਿਜੇ ਗੋਇੰਦਵਾਲ ਸਾਹਿਬ ਪਹੁੰਚ ਗਏ। ਮਿਲਿਓ ਆਏ ਗੜੀਆ ਤਿਸ ਕਾਲ, ਭਾਈ ਗੜੀਆ ਜੀ ਭਾਈ ਆਨੰਦ ਜੀ ਨੂੰ ਆ ਕੇ ਬਾਬਾ ਆਨੰਦ ਜੀ ਨੂੰ ਮਿਲੇ ਹਨ। ਪਦ ਅਰਬਿੰਦ ਅਨੰਦ ਕੇ ਬੰਦੇ, ਭਾਈ ਗੜੀਏ ਨੇ ਬਾਬਾ ਆਨੰਦ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਦਈ ਪੱਤਰਕਾ ਪਠੀ ਬਿਲੰਦੇ, ਔਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਂਪੁਰਸ਼ੋ ਆ ਚਿੱਠੀ ਇਹ ਬੇਨਤੀ ਪੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਆਪ ਜੀ ਵੱਲ ਆਇਆ ਹੈ, ਆਪ ਜੀ ਪੜ੍ਹ ਲਓ ਤੇ ਜੋ ਆਪ ਜੀ ਦਾ ਹੁਕਮ ਹੈ ਉਹ ਸਾਨੂੰ ਦੱਸੋ। ਗੁਰੂ ਸਾਹਿਬ ਤੁਹਾਡੇ ਦਰਸ਼ਨਾਂ ਲਈ ਬਹੁਤੇ ਬੇਬਲ ਹੋਏ ਹਨ। 6ਵੇਂ ਪਾਤਸ਼ਾਹ ਮਹਾਰਾਜ, ਕਿਉਂਕਿ ਹੁਣ ਉਹਨਾਂ ਦੀ ਅਵਸਥਾ ਇਹੋ ਜਿਹੀ ਹੈ ਵੀ ਕਿੰਨੇ ਕਿੰਨੇ ਦਿਨ ਤਾਂ ਸਮਾਧੀ 'ਚ ਹੀ ਬੈਠੇ ਰਹਿੰਦੇ 6ਵੇਂ ਪਾਤਸ਼ਾਹ, ਤੇ ਜਦੋਂ ਕਿਸੇ ਮਹਾਂਪੁਰਸ਼ ਦੀ ਇਸ ਤਰ੍ਹਾਂ ਦੀ ਖਬਰ ਆ ਜਾਣੀ ਵੀ ਉਹ ਚਲਾਣਾ ਕਰ ਗਏ ਤੇ ਉਹਨਾਂ ਦੀ ਯਾਦ ਵਿੱਚ ਬੈਰਾਗ ਕਰਨ ਲੱਗ ਜਾਣਾ। ਇਹ 6ਵੇਂ ਪਾਤਸ਼ਾਹ ਮਹਾਰਾਜ ਦੀ ਅਵਸਥਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਹੈ। ਆਪ ਜੀ ਨੂੰ ਬਹੁਤ ਪ੍ਰੇਮ ਨਾਲ ਯਾਦ ਕਰ ਰਹੇ ਹਨ ਸਤਿਗੁਰੂ ਜੀ। ਲਿਖੀ ਪ੍ਰੇਮ ਕਰ ਬਾਂਚੀ ਜਬੈ, ਗੁਰੂ ਸਾਹਿਬ ਨੇ ਚਿੱਠੀ ਲਿਖੀ ਬੜੇ ਪ੍ਰੇਮ ਨਾਲ ਸੀ, ਅੱਖਰ ਅੱਖਰ 'ਚੋਂ ਪ੍ਰੇਮ ਡੁੱਲ ਡੁੱਲ ਪੈਂਦਾ ਸੀ। ਬਾਬਾ ਆਨੰਦ ਜੀ ਨੇ ਜਦੋਂ ਇਹ ਪ੍ਰੇਮ ਪੱਤਰਕਾ ਪੜ੍ਹੀ ਹੈ, ਮਗਨ ਆਨੰਦ ਆਨੰਦ ਸੋ ਤਬੈ, ਬਾਬਾ ਆਨੰਦ ਜੀ ਵੀ ਆਨੰਦ 'ਚ ਮਗਨ ਹੋ ਗਏ। ਬਾਬਾ ਆਨੰਦ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ। ਇਤਿਹਾਸ ਵਿੱਚ ਆਉਂਦਾ ਵੀ ਇੱਕ ਜੋਗੀ ਬਹੁਤ ਕਰਨੀ ਵਾਲਾ ਆਇਆ, ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਬੜੇ ਯੋਗ ਸਾਧੇ ਹੈ, ਬੜੀ ਤਪੱਸਿਆ ਕੀਤੀ ਹੈ, ਪਹਾੜਾਂ ਵਿੱਚ ਜਾ ਜਾ ਕੇ, ਬਰਫ਼ ਵਿੱਚ ਰਹਿ ਰਹਿ ਕੇ, ਪਰ ਮਹਾਰਾਜ ਜਿਹੜੀ ਮੇਰੇ ਮਨ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੋਈ। ਮੈਂ ਆਨੰਦ ਲੈਣਾ ਚਾਹੁੰਦਾ ਹਾਂ ਪਰ ਮੈਨੂੰ ਆਨੰਦ ਆਇਆ ਨਹੀਂ। ਹੁਣ ਆਪ ਜੀ ਦੀ ਮਹਿਮਾ ਸੁਣ ਕੇ ਤੁਹਾਡੇ ਚਰਨਾਂ 'ਚ ਆ ਗਿਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਨੰਦ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣ ਲੱਗੇ, ਸੰਤ ਜੀ ਹੁਣ ਤੁਹਾਡੇ ਸਰੀਰ ਛੱਡਣ ਦਾ, ਇਹ ਚੋਲਾ ਛੱਡਣ ਦਾ ਸਮਾਂ ਹੈ, ਤੁਸੀਂ ਇਹ ਚੋਲਾ ਛੱਡ ਦਿਓ, ਆਉਂਦੇ ਸਾਲ ਸਾਡੇ ਘਰ ਪੋਤਰਾ ਬਣ ਕੇ ਜਨਮ ਲੈ ਲਓ। ਜਦੋਂ ਤੁਸੀਂ ਸਾਡੇ ਘਰ ਆਓਗੇ ਉਦੋਂ ਤੁਹਾਨੂੰ ਆਨੰਦ ਹੋ ਜਾਏਗਾ। ਜੋਗੀ ਨੇ ਬਚਨ ਮੰਨਿਆ, ਚੋਲਾ ਛੱਡ ਦਿੱਤਾ। ਇੱਧਰ ਬਾਬਾ ਮੋਹਰੀ ਜੀ ਦੇ ਘਰ ਸਾਲ ਪਿੱਛੋਂ ਜਨਮ ਹੋ ਗਿਆ। ਜਦੋਂ ਜਨਮ ਹੋਇਆ ਤੇ ਭਾਈ ਬੱਲੂ ਜੀ ਨੇ ਆ ਕੇ ਵਧਾਈ ਦਿੱਤੀ, ਮਹਾਰਾਜ ਜੀ ਆਪ ਜੀ ਨੂੰ ਵਧਾਈ ਹੋਵੇ, ਪੋਤਰਾ ਹੋਇਆ। ਸਤਿਗੁਰੂ ਚੁਬਾਰੇ ਸਾਹਿਬ 'ਚ ਬੈਠੇ, ਉੱਥੇ ਹੀ ਰਾਮ ਕਲੀ ਮਹੱਲਾ ਤੀਜਾ ਆਨੰਦ ਇਹ ਬਾਣੀ ਉਚਾਰਨ ਕਰਦੀ, ਤੇ ਸਾਧ ਸੰਗਤ ਦੀ ਬਾਣੀ ਉਚਾਰਨ ਕਰਕੇ ਆਪਣੇ ਸੇਵਕ ਭਾਈ ਬੱਲੂ ਨੂੰ ਕਹਿੰਦੇ ਵੀ ਤੂੰ ਇਹ ਬਾਣੀ ਨਾਲ ਦੀ ਨਾਲ ਹੀ ਕੰਠ ਵੀ ਕਰਾਤੀ। ਆਪਾਂ ਤਾਂ ਸਾਧ ਸੰਗਤ ਜੀ ਗੁਟਕਿਆਂ ਤੋਂ ਰੋਜ਼ ਪੜ੍ਹਦੇ ਹਾਂ ਤੇ ਤਾਂ ਵੀ ਸਾਨੂੰ 40 ਪੌੜੀਆਂ ਕੰਠ ਨਹੀਂ ਹੁੰਦੀਆਂ। ਕਿੱਡੇ ਗੁਰੂ ਦਿਆਲੂ ਸਨ, ਉੱਥੇ ਕੰਠ ਵੀ ਕਰਾਤੀ ਨਾਲ ਦੀ ਨਾਲ ਹੀ। ਤੇ ਕਹਿੰਦੇ ਢੋਲਕੀ ਪਾ ਲਾ ਤੇ ਕੋਠੇ ਤੇ ਚੜ੍ਹ ਕੇ ਉੱਚਾ ਉੱਚਾ ਢੋਲਕੀ ਵਜਾ ਕੇ ਆਨੰਦ ਸਾਹਿਬ ਗਾ ਦੇ। ਭਾਈ ਬੱਲੂ ਜੀ ਚੁਬਾਰੇ ਸਾਹਿਬ ਤੇ ਚੜ੍ਹ ਕੇ ਢੋਲਕੀ ਥਾਪ ਦਿੱਤੀ ਤੇ ਆਨੰਦ ਸਾਹਿਬ ਪੂਰੇ ਦਾ ਪੂਰਾ ਗਾ ਕੇ ਉਚਾਰਨ ਕਰਤਾ। ਇੱਧਰੋਂ ਬੱਚੇ ਨੂੰ ਜਨਮ ਹੋਣ ਤੋਂ ਬਾਅਦ ਦਾਈਆਂ ਇਸ਼ਨਾਨ ਕਰਾਉਂਦੀਆਂ, ਇਸ਼ਨਾਨ ਕਰਾ ਕੇ ਬਸਤਰ ਬਦਲ ਕੇ ਗੁਰੂ ਸਾਹਿਬ ਕੋਲ ਲਿਆਂਦਾ ਗਿਆ। ਕੜਾਹ ਪ੍ਰਸ਼ਾਦ ਦੀ ਦੇਗ ਬਣ ਗਈ। ਮਹਾਰਾਜ ਨੇ ਬੱਚੇ ਦਾ ਨਾਮ ਵੀ ਆਨੰਦ ਹੀ ਰੱਖ ਦਿੱਤਾ। ਬਾਣੀ ਵੀ ਆਨੰਦ ਤੇ ਪੋਤਰੇ ਦਾ ਨਾਮ ਵੀ ਆਨੰਦ। ਉਸ ਬਾਬੇ ਆਨੰਦ ਨੂੰ, ਕਿਉਂਕਿ ਉਹ ਪਿਛਲੇ ਜਨਮ ਜੋਗੀ ਸੀ ਤੇ ਆਨੰਦ ਭਾਲਦਾ ਸੀ, ਆਨੰਦ ਰੂਪ ਹੀ ਕਰਤਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੋਤਰਾ ਬਾਬਾ ਆਨੰਦ 6ਵੇਂ ਪਾਤਸ਼ਾਹ ਦੀ ਚਿੱਠੀ ਪੜ੍ਹ ਕੇ ਆਨੰਦ 'ਚ ਮਗਨ ਹੋ ਗਿਆ ਹੈ। ਆਪਨ ਪੌਦ ਰਾਏ ਵਿਵਹਾਰੇ, ਆਹ ਕਹਿਣ ਲੱਗਾ, ਕਹਿੰਦਾ ਇਹ ਗੁਰੂਆਂ ਦੀ ਵੱਡਿਆਂ ਦੀ ਵਡਿਆਈ ਹੈ, ਐਡੇ ਵੱਡੇ ਹੋ ਕੇ
ਸਾਨੂੰ ਨਿਮਾਣਿਆਂ ਨੂੰ ਮਾਣ ਦਿੰਦੇ ਹਨ। ਅਪਰ ਨਰਨ ਕੇ ਸਰਹਿ ਸਮਾਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦੀ ਜੋਤ ਹਨ। ਆਪ ਪਰਮੇਸ਼ਰ ਹਨ, ਪਰ ਲੀਲਾ ਮਨੁੱਖਾਂ ਵਾਲੀ ਕਰਦੇ ਹਨ। ਜਿਵੇਂ ਇੱਕ ਮਨੁੱਖ ਵੈਰਾਗ ਕਰਦਾ ਹੈ, ਜਿਵੇਂ ਇੱਕ ਮਨੁੱਖ ਪਿਆਰ ਕਰਦਾ ਹੈ, ਏਦਾਂ ਗੁਰੂ ਆਪਣੇ ਸਿੱਖਾਂ ਨੂੰ ਪਿਆਰ ਕਰਦੇ ਹਨ। ਕਰਤਾ ਹਰਤਾ ਸਰਬ ਜਹਾਨ। ਗੁਰੂ ਹਰਗੋਬਿੰਦ ਸਾਹਿਬ ਸਾਰੇ ਜਹਾਨ ਦੇ ਮਾਲਕ ਕਰਤਾ ਹਰਤਾ ਹਨ। ਜਿਸ ਕੀ ਮਾਇਆ ਮਹਾ ਅਪਾਰ। ਉਹ ਪਰਮੇਸ਼ਰ ਵਾਹਿਗੁਰੂ ਜਿਹਦੀ ਮਾਇਆ ਦਾ ਕੋਈ ਪਾਰਾਵਾਰ ਪਾ ਹੀ ਨਹੀਂ ਸਕਦਾ। ਜਿਸ ਕੋ ਕਬ ਕਿਨ ਲਹਿਓ ਨ ਪਾਰ। ਜਿਸ ਅਕਾਲ ਪੁਰਖ ਦਾ ਪਰਲਾ ਪਾਸਾ ਕਿਸੇ ਨੂੰ ਪਤਾ ਨਹੀਂ ਹੈ। ਤਨ ਕੋ ਅਬ ਦਰਸ਼ਨ ਮੈਂ ਪਾਉ। ਬਾਬਾ ਆਨੰਦ ਜੀ ਕਹਿੰਦੇ ਧੰਨ ਭਾਗ ਮੇਰੇ ਵੀ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ। ਬੜਾ ਸਮਾਂ ਹੋ ਗਿਆ, 6ਵੇਂ ਪਾਤਸ਼ਾਹ ਜੀ ਇੱਥੇ ਆਏ ਸੀ, ਦਰਸ਼ਨ ਦੇ ਕੇ ਗਏ ਸੀ, ਮੁੜ ਕੇ ਦਰਸ਼ਨ ਨਹੀਂ ਹੋਏ। ਭਾਗਾਂ ਵਾਲਾ ਹਾਂ, ਮੈਨੂੰ ਗੁਰੂ ਸਾਹਿਬ ਨੇ ਆਪ ਸੱਦ ਲਿਆ ਹੈ। ਧੰਨ ਜਨਮ ਆਪਣੋ ਕਰ ਆਉ। ਮੈਂ ਚੱਲਾਂਗਾ, ਖੁਸ਼ੀ ਨਾਲ ਚੱਲਾਂਗਾ, ਕੀਰਤਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂਗਾ, ਮੇਰਾ ਜਨਮ ਸਫਲ ਹੋ ਜਾਏਗਾ। ਲੈ ਆਪਣੇ ਸੰਗ ਮਾਨਵ ਬ੍ਰਿੰਦ। ਬਾਬਾ ਆਨੰਦ ਜੀ ਆਪਣੇ ਹੋਰ ਸੇਵਾਦਾਰਾਂ ਨੂੰ, ਆਪਣੇ ਪਰਿਵਾਰ ਦੇ ਜੀਆਂ ਨੂੰ ਨਾਲ ਲੈ ਕੇ, ਕਿਉਂਕਿ ਬਿਰਧ ਬਹੁਤ ਹੋ ਗਏ ਸਨ, ਬਹੁਤ ਵੱਡੀ ਉਮਰ ਸੀ ਉਹਨਾਂ ਦੀ, 100 ਦੇ ਨੇੜੇ ਪਹੁੰਚੇ ਹੋਏ ਸਨ, ਪਾਲਕੀ 'ਚ ਬੈਠੇ ਹਨ। ਭਇਓ ਤਿਆਰ ਚਲਵੇ ਆਨੰਦ। ਬਾਬਾ ਆਨੰਦ ਜੀ ਗੋਇੰਦਵਾਲ ਸਾਹਿਬ ਤੋਂ ਕੀਰਤਪੁਰ ਸਾਹਿਬ ਚੱਲਣ ਨੂੰ ਤਿਆਰ ਹੋ ਗਏ। ਚੜੇ ਪਾਲਕੀ ਆਵਤ ਭਏ। ਪਾਲਕੀ 'ਚ ਬਿਠਾ ਲਿਆ ਸਿੱਖਾਂ ਨੇ ਬਜ਼ੁਰਗਾਂ ਨੂੰ, ਤੇ ਬੜੇ ਸਤਿਕਾਰ ਨਾਲ ਬਾਣੀ ਪੜ੍ਹਦੇ, ਨਾਮ ਜਪਦੇ ਬਾਬਾ ਆਨੰਦ ਜੀ ਪਾਲਕੀ 'ਚ ਬੈਠੇ, ਕੀਰਤਪੁਰ ਸਾਹਿਬ ਆ ਗਏ। ਗੜੀਆ ਅਪਰ ਲੋਕ ਸੰਗ ਲਏ। ਭਾਈ ਗੜੀਆ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ ਸੀ ਮੁਖੀ ਸਿੱਖ ਬਣਾ ਕੇ ਵੀ ਤੁਸੀਂ ਲੈ ਕੇ ਆਉਣਾ, ਭਾਈ ਗੜੀਆ ਜੀ ਦੇ ਨਾਲ ਜਿੰਨੇ ਵੀ ਸਿੱਖ ਗਏ ਸੀ, ਉਹ ਵੀ ਜਿਹੜੇ ਗੋਇੰਦਵਾਲ ਸਾਹਿਬ ਤੋਂ ਆਏ, ਉਹ ਵੀ ਘੱਟੋ ਘੱਟ 40-50 ਸਿੱਖ ਇਕੱਠੇ ਬਾਬਾ ਜੀ ਪਾਲਕੀ 'ਚ। ਬਾਬਾ ਆਨੰਦ ਜੀ ਇਹ ਆ ਰਹੇ ਨੇ ਬਾਣੀ ਪੜ੍ਹਦੇ, ਨਾਮ ਜਪਦੇ ਹੋਏ। ਪਹੁੰਚੇ ਨਿਕਟ ਜਪਹਿ ਸੁਧ ਲਏ। ਜਦੋਂ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚ ਗਏ, ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਕਿ ਬਾਬਾ ਜੀ ਦਰਿਆ ਦੇ ਕਿਨਾਰੇ ਪਹੁੰਚ ਗਏ ਨੇ। ਬਾਬਾ ਆਨੰਦ ਜੀ ਸ੍ਰੀ ਗੁਰੂ ਹਰਗੋਬਿੰਦ ਤਪ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਦੀ ਲੈਣ ਚਲੇ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਿੱਖੀ ਕੀ ਹੁੰਦੀ ਹੈ, ਸ਼ਰਧਾ ਕੀ ਹੁੰਦੀ ਹੈ, ਵੱਡਿਆਂ ਦਾ ਸਤਿਕਾਰ ਕੀ ਹੁੰਦਾ, ਇਹ ਸਿਖਾਉਣਾ ਸੀ ਗੁਰੂ ਸਾਹਿਬ ਸਾਨੂੰ ਸਿਖਾ ਰਹੇ। ਤੇ ਮਹਾਰਾਜ ਅੱਗੋਂ ਦੀ ਲੈਣ ਗਏ ਹਨ। ਮਿਲੇ ਜਾਏ ਕਰ ਦੂਰ ਅਗਹਾਰੇ। ਬਹੁਤ ਦੂਰ 3-4 ਮੀਲ ਅੱਗੇ ਗਏ। ਅੱਗੋਂ ਜੀ ਜਾ ਕੇ ਬਾਬਾ ਬਾਬਾ ਆਨੰਦ ਜੀ ਦੀ ਪਾਲਕੀ ਨੂੰ ਮਿਲੇ ਨੇ। ਤੂਛਨ ਧਰੇ ਹਟਾਏ ਕਹਾਰੇ। ਸ਼ੋਅ ਨਹੀਂ ਹੋਣ ਦਿੱਤਾ ਵੀ ਬਾਬਾ ਜੀ ਨੂੰ ਪਤਾ ਨਾ ਲੱਗੇ। ਗੁਪਤ ਜਾ ਕੇ ਪਾਲਕੀ ਤੋਂ ਇੱਕ ਬੰਦਾ ਹਟਾਤਾ ਤੇ ਆਪਣਾ ਮੋਢਾ ਲਾਤਾ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ। ਚੁੱਪ ਚਪੀਤੇ ਹੀ ਬਾਬੇ ਆਨੰਦ ਜੀ ਦੀ ਪਾਲਕੀ, ਇੱਕ ਸੇਵਾਦਾਰ ਜਿਹੜਾ ਅਗਲੇ ਪਾਸੇ ਮੋਢਾ ਚੁੱਕੀ ਲਾ ਜਾਂਦਾ ਸੀ ਨਾ ਕਹਾਰ, ਉਹਨੂੰ ਪਰੇ ਕਰਕੇ ਤੇ ਆਪਣਾ ਮੋਢਾ ਥੱਲੇ ਕਰ ਦਿੱਤਾ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਆਪਣਾ ਕੰਧ ਸਿਵਕਾਸ ਉਠਾਈ। 6ਵੇਂ ਪਾਤਸ਼ਾਹ ਨੇ ਬਾਬੇ ਆਨੰਦ ਜੀ ਦੀ ਪਾਲਕੀ ਆਪਣੇ ਮੋਢੇ ਚੁੱਕ ਲਈ ਹੈ। ਇਸੇ ਰੀਤ ਚਾਲੇ ਅਗਵਾਈ। ਤੇ ਇਸ ਤਰ੍ਹਾਂ ਹੌਲੇ ਹੌਲੇ ਅੱਗੇ ਚੱਲੇ ਹਨ। ਮਾਨ ਬੜਾਵਨ ਹੇਤ ਕਿਰਪਾਲਾ। ਆਪਣੇ ਗੁਰੂਆਂ ਦੇ ਪੁੱਤਰਾਂ ਦਾ ਮਾਣ ਸਤਿਕਾਰ ਕਰਨ ਵਾਸਤੇ ਧਰੇ ਕੰਧ ਪਰ ਮਗ ਮਹਿ ਚਾਲਾ। 6ਵੇਂ ਪਾਤਸ਼ਾਹ ਆਪ ਤੁਰੇ ਆਉਂਦੇ ਨੇ। ਜਾਣਿਓ ਜਬੈ ਆਨੰਦ ਜੇ ਐਸੇ। ਉਧਰ ਬਾਬਾ ਆਨੰਦ ਜੀ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਨੂੰ ਪਾਲਕੀ 'ਚ ਬਜ਼ੁਰਗਾਂ ਨੂੰ ਪਤਾ ਲੱਗ ਗਿਆ ਵੀ ਪਾਲਕੀ ਦੇ ਥੱਲੇ ਕੋਈ ਮਹਾਨ ਸ਼ਖਸੀਅਤ ਆ ਗਿਆ। ਉਹਨਾਂ ਨੇ ਬਾਹਰ ਵੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਪਾਲਕੀ ਚੁੱਕੀ ਜਾਂਦੇ ਆ। ਹਾਂਜੀ, ਭੈ ਸੂਤ ਅਰਜਨ ਕੇ ਜੈਸੇ। ਉਸੇ ਵੇਲੇ ਬਾਬਾ ਜੀ ਦੇ ਅੱਖਾਂ 'ਚ ਵਿਰਾਗ ਦਾ ਜਲ ਛਾ ਗਿਆ। ਕਹਿੰਦੇ ਜਿਵੇਂ ਅਰਜਨ ਦਾ ਰੱਥ ਹੱਕਣ ਲਈ ਭਗਵਾਨ ਕ੍ਰਿਸ਼ਨ ਜੀ ਉਹਦੇ ਡਰਾਈਵਰ ਬਣ ਗਏ ਸਨ, ਸਾਰਥੀ ਬਣ ਗਏ ਸਨ।
ਅੱਜ ਮੇਰੀ ਪਾਲਕੀ ਗੁਰੂ ਹਰਗੋਬਿੰਦ ਸਾਹਿਬ ਨੇ ਚੁੱਕ ਲਈ ਹੈ। ਨਿਮਰੇ ਹੋਣ ਹੇਰ ਗਤ ਮਨ ਕੀ। ਕਹਿੰਦੇ ਇਹਨੂੰ ਕਹਿੰਦੇ ਆ ਨਿਮਰਤਾ, ਵੱਡੇ ਹੋ ਕੇ ਤੇ ਨਿਮਰਤਾ ਹੋਣੀ ਇਹਨੂੰ ਕਹਿੰਦੇ ਆ। ਹਾਂਜੀ, ਇਮਹੀ ਰੀਤ ਪੁਰਾਤਨ ਇਨਕੀ। ਇਹਨਾਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਪੁਰਾਣੀ ਰੀਤ ਹੈ। ਇਹ ਪਰਮੇਸ਼ਰ ਇਦਾਂ ਹੀ ਹੈ ਸਭ ਤੋਂ ਵੱਡਾ, ਪਰ ਆਪਣੇ ਦਾਸਾਂ ਦਾ ਦਾਸ ਬਣ ਕੇ ਰਹਿੰਦਾ ਹੈ। ਹਾਂਜੀ, ਤਬ ਹੀ ਕੂਦ ਪਾਲਕੀ ਤਿਆਗੀ। ਕਹਿੰਦੇ ਬਾਬਾ ਆਨੰਦ ਜੀ ਨਾ ਪਾਲਕੀ ਵਿੱਚੋਂ ਕੁੱਦ ਪਏ, ਥੱਲੇ ਆ, ਇੱਕਦਮ ਪਾਲਕੀ ਤੋਂ ਛਾਲ ਮਾਰ ਦਿੱਤੀ। ਮਿਲੇ ਪਰਸ ਪਰ ਅਤ ਤੇ ਅਨਰਾਗੀ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕਣ ਲੱਗੇ ਤੇ ਗੁਰੂ ਸਾਹਿਬ ਨੇ ਹੱਥ ਫੜ ਲਏ। ਜਗ ਕੇ ਨਰਨ ਬੰਚਨਾ ਕਰਹੋ। ਤੇ ਬਾਬਾ ਆਨੰਦ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਸਾਰੀ ਦੁਨੀਆ ਨੂੰ ਠੱਗਦੇ ਹੋ। ਕਹੋ ਕਬੀਰ ਠੱਗ ਸਿਓ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਮਹਾਰਾਜ ਤੁਸੀਂ ਸਾਰਿਆਂ ਨੂੰ ਠੱਗ ਲੈਂਦੇ ਹੋ, ਤੁਹਾਡੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਅਤ ਪ੍ਰਤਾਪ ਦਰ ਸਭ ਤੇ ਦਰਹੋ। ਮਹਾਰਾਜ ਐਡੇ ਵੱਡੇ, ਐਡੇ ਮਹਾਨ ਪ੍ਰਤਾਪੀ ਪਰਮੇਸ਼ਰ ਹੋ ਕੇ ਤੇ ਲੁਕ ਜਾਂਦੇ ਹੋ, ਛੁਪ ਜਾਂਦੇ ਹੋ। ਇਮ ਉਚਰਤ ਗ੍ਰਹਿ ਮੋਹਲੇ ਆਏ। ਇਦਾਂ ਗੱਲਾਂ ਬਾਤਾਂ ਕਰਦੇ ਹੋਏ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਆਨੰਦ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਮਹਿਲਾਂ ਵਿੱਚ, ਗੁਰੂ ਕੇ ਮਹਿਲਾਂ 'ਚ, ਗੁਰਦੁਆਰਾ ਸੀਸ ਮਹਿਲ ਵਿਖੇ ਲੈ ਆਏ। ਰੁਚਰ ਪ੍ਰਿਯੰਕ ਵਿਛਾਵਨ ਛਾਏ। ਬਾਬਾ ਜੀ ਵਾਸਤੇ ਬੜਾ ਸੁੰਦਰ ਵਿਛਾਉਣਾ, ਸੁੰਦਰ ਪਲੰਗ, ਨਵਾਂ ਸੋਹਣਾ ਨਵਾਂ ਬਿਸਤਰਾ, ਸੁੰਦਰ ਆਸਣ ਲਵਾਇਆ ਵੱਖਰੇ ਕਮਰੇ ਵਿੱਚ। ਘਰ ਪੂਜਾ ਸਨਮਾਨ ਬਿਠਾਏ। ਚਰਨ ਧੋਏ ਮਹਾਰਾਜ ਨੇ ਆਪਣੇ ਹੱਥੀਂ। ਕਹਿੰਦੇ ਜਲ ਲੈ ਕੇ ਆਓ, ਗਰਮ ਪਾਣੀ ਲਿਆ ਕੇ ਤੇ ਬਾਬੇ ਆਨੰਦ ਜੀ ਦੇ ਚਰਨ ਧੋਤੇ। ਉਹ ਕਹਿਣ ਮਹਾਰਾਜ ਮੈਂ ਨਹੀਂ ਤੁਹਾਡੇ ਹੱਥੀਂ ਚਰਨ ਧੋਣੇ। ਕਹਿੰਦੇ ਨਹੀਂ ਅੱਜ ਤਾਂ ਤੁਹਾਨੂੰ ਧੋਣੇ ਹੀ ਪੈਣੇ ਆ। ਜਿਵੇਂ ਸੁਦਾਮੇ ਦੇ ਪੈਰ ਕ੍ਰਿਸ਼ਨ ਭਗਵਾਨ ਨੇ ਧੋਏ ਸੀ, ਛੇਵੇਂ ਪਾਤਸ਼ਾਹ ਬਾਬਾ ਆਨੰਦ ਜੀ ਦੇ ਚਰਨ ਧੋਂਦੇ ਹਨ। ਮ੍ਰਿਦੁਲ ਮਧੁਰ ਮੁਖ ਬਾਕ ਅਲਾਏ। ਤੇ ਬੜੇ ਪਿਆਰ ਨਾਲ, ਸਤਿਕਾਰ ਨਾਲ ਬਾਬਾ ਜੀ ਇੱਥੇ ਬੈਠੋ, ਬਿਰਾਜੋ। ਸੇਵਾ ਮਨ ਕਰਕੇ ਵੀ ਹੁੰਦੀ ਹੈ, ਤਨ ਕਰਕੇ ਵੀ ਹੁੰਦੀ ਹੈ ਤੇ ਬਚਨ ਕਰਕੇ ਵੀ ਹੁੰਦੀ ਹੈ। ਜੇ ਕਿਸੇ ਨੂੰ ਆਪਾਂ ਘਰ ਬੁਲਾਈਏ, ਵਧੀਆ ਖੀਰ ਕੜਾਹ ਪੂੜੀਆਂ ਬਣਾ ਕੇ ਰੱਖ ਦਈਏ ਤੇ ਉਹਨੂੰ ਕਹਿਣਾ ਨਾ ਆਵੇ ਵੀ ਪਿਆਰ ਨਾਲ ਵੀ ਛਕ ਲਓ ਜੀ, ਛਕੋ ਜੀ, ਤੇ ਉਹ ਆਦਾ ਬੰਦਾ ਵੀ ਬਣਾ ਕੇ ਰੱਖਿਆ ਪਰ ਕਹਿ ਨਹੀਂ ਸਕਿਆ ਵੀ ਛਕ ਲਓ। ਉਹ ਵੀ ਬਚਨ ਦੀ ਵੀ ਹੁੰਦੀ ਹੈ, ਸੇਵਾ ਹੱਥਾਂ ਦੀ ਵੀ ਹੋ ਰਹੀ ਹੈ, ਮਨ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਰ ਹੀ ਰਹੇ ਨੇ ਤੇ ਨਾਲ ਬੋਲ ਵੀ ਮਿੱਠੇ ਰਹੇ ਨੇ। ਹਾਂਜੀ, ਬ੍ਰਿਹਾ ਤੁਮਾਰੋ ਭਾਚਰ ਕਾਲਾ। ਤੇ ਕਹਿੰਦੇ ਨੇ ਬਾਬਾ ਜੀ ਤੁਹਾਡੇ ਬਿਰਹੇ ਦੀ ਪੀੜਾ ਬੜੀ ਸਤਾਉਂਦੀ ਰਹੀ ਹੈ, ਬੜਾ ਚਿਰ ਹੋ ਗਿਆ ਤੁਹਾਡੇ ਦਰਸ਼ਨ ਨਹੀਂ ਸੀ ਹੋਏ। ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਬਾਬਾ ਜੀ ਬੜੇ ਚਿਰਾਂ ਬਾਅਦ ਅੱਜ ਤੁਹਾਡੇ ਦਰਸ਼ਨ ਹੋਏ ਨੇ, ਬਹੁਤ ਚਿਰ ਬਾਅਦ। ਇੰਨਾ ਚਿਰ ਮਿਲੇ ਹੀ ਨਹੀਂ, ਪਰ ਮਨ ਵਿੱਚ ਪ੍ਰੇਮ ਨਹੀਂ ਘਟਿਆ। ਭਾਵੇਂ ਮਿਲੇ ਭਾਵੇਂ ਨਹੀਂ ਮਿਲੇ ਕਿੰਨੇ ਸਾਲਾਂ ਤੋਂ, ਪਰ ਯਾਦ ਤੁਹਾਡੀ ਸਦਾ ਹੀ ਸਾਡੇ ਹਿਰਦੇ 'ਚ ਬਣੀ ਰਹੀ ਹੈ। ਤਬ ਕੇ ਸੇਵਾ ਤੇ ਰਹਿ ਗਏ। ਮਹਾਰਾਜ ਅਸੀਂ ਜੰਗਾਂ ਯੁੱਧਾਂ 'ਚ ਲੱਗੇ ਰਹੇ ਹਾਂ ਬਾਬਾ ਜੀ, ਤੇ ਤੁਹਾਡੀ ਸੇਵਾ ਨਹੀਂ ਕਰ ਸਕੇ। ਕਬਹੁ ਭਈ ਨਹਿ ਕਾਂਖਾ ਇਕੈ। ਮਨ 'ਚ ਬੜੀ ਇੱਛਾ ਸੀ ਵੀ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦਿਆਂ ਦੀ ਸੇਵਾ ਕਰੀਏ, ਉਹਨਾਂ ਦਾ ਆਸ਼ੀਰਵਾਦ ਲਈਏ, ਪਰ ਸਾਡੇ ਕੋਲੋਂ ਜੰਗਾਂ ਯੁੱਧਾਂ 'ਚ ਰੁੱਝੇ ਹੋਣ ਕਰਕੇ ਤੁਹਾਡੇ ਕੋਲ ਗੋਇੰਦਵਾਲ ਸਾਹਿਬ ਆਇਆ ਹੀ ਨਹੀਂ ਗਿਆ। ਜਬ ਕੇ ਵਿਛਰੇ ਸੁਖ ਨਹਿ ਪਾਇਬ। ਜਦੋਂ ਦੇ ਵਿਛੜੇ ਆ ਅਸੀਂ ਤਾਂ ਖੰਡੇ ਦੀ ਧਾਰ ਤੇ ਹੀ ਨੱਚਦੇ ਰਹੇ ਹਾਂ, ਜੰਗਾਂ ਯੁੱਧਾਂ ਵਿੱਚ ਹੀ ਰਹੇ ਹਾਂ, ਸੁੱਖ ਨਾਲ ਕਿਤੇ ਬੈਠੇ ਨਹੀਂ ਹਾਂ। ਬਾਦ ਦੁੰਦ ਨਿਤ ਤੁਰਕ ਉਠਾਇਬ। ਕਿਉਂਕਿ ਜ਼ਾਲਮਾਂ ਦੀ ਸਰਕਾਰ ਹੈ। ਇਹ ਤੁਰਕ ਜਿਹੜੇ ਨੇ ਲੋਕਾਂ ਨੂੰ, ਗਰੀਬਾਂ ਨੂੰ ਬਿਨਾਂ ਮਤਲਬ ਦੇ ਤੰਗ ਕਰਦੇ ਨੇ। ਇਹਨਾਂ ਨਾਲ ਯੁੱਧ ਕਰਨ ਦਾ ਸਾਨੂੰ ਅਕਾਲ ਪੁਰਖ ਵੱਲੋਂ ਹੁਕਮ ਲੱਗਾ ਹੋਇਆ। ਉਸ ਹੁਕਮ ਦੇ ਮੁਤਾਬਕ ਅਸੀਂ ਖੰਡਾ ਖੜਕਾਉਂਦੇ ਰਹੇ ਹਾਂ। ਹਮਕੋ ਆਪ ਜਾਣਤੇ ਕੈਸੇ। ਤੇ ਬਾਬਾ ਜੀ ਅਸੀਂ ਤੁਹਾਡੇ ਦਰਸ਼ਨ ਕਰਨ ਲਈ ਮਨ 'ਚ ਸੋਚਦੇ ਰਹੇ, ਤੁਸੀਂ ਸਾਨੂੰ ਦੱਸੋ ਕਿਵੇਂ ਰਹੇ ਹੋ। ਕਰਨਾ ਕਰੋ ਬਤਾਵੋ ਤੈਸੇ। ਕਿਰਪਾ ਕਰਕੇ ਆਪ ਦੱਸੋ ਬਾਬਾ ਜੀ। ਸੁਣਤ ਆਨੰਦ ਆਨੰਦ ਵਿਸਾਲੇ। ਇਹ ਸੁਣ ਕੇ ਬਾਬਾ ਆਨੰਦ ਜੀ ਬਹੁਤ ਆਨੰਦ ਵਿੱਚ ਰਸਸਾਰ ਹੋ ਗਏ, ਰਸ ਬੋਰ ਹੋ ਗਏ। ਪ੍ਰੇਮ ਮਗਨ ਹੋਇਆ ਕਹਿਤ
ਤਾਲੇ। ਪ੍ਰੇਮ ਮਗਨ ਹੋ ਕੇ ਬਾਬਾ ਆਨੰਦ ਜੀ ਬੋਲੇ ਹਨ। ਸ੍ਰੀ ਗੁਰੂ ਨਾਨਕ ਅੰਗਦ ਰੂਪ। ਮਹਾਰਾਜ ਤੁਸੀਂ ਮੇਰੀ ਨਿਗਾਹ ਵਿੱਚ ਗੁਰੂ ਨਾਨਕ ਦਾ ਰੂਪ ਹੋ, ਮੇਰੀ ਨਿਗਾਹ ਵਿੱਚ ਗੁਰੂ ਅੰਗਦ ਸਾਹਿਬ ਤੁਸੀਂ ਹੋ। ਤ੍ਰਿਤੀਏ ਸ੍ਰੀ ਗੁਰ ਅਮਰ ਅਨੂਪ। ਤੀਸਰੇ ਮੇਰੇ ਦਾਦਾ ਗੁਰੂ ਅਮਰਦਾਸ ਜੀ, ਉਹ ਵੀ ਤੁਸੀਂ ਹੀ ਹੋ। ਸਤਿਗੁਰ ਰਾਮਦਾਸ ਸ੍ਰੀ ਅਰਜਨ। ਸਤਿਗੁਰੂ ਰਾਮਦਾਸ ਜੀ ਮਹਾਰਾਜ ਵੀ ਤੁਸੀਂ ਹੋ, ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਰੂਪ ਤੁਸੀਂ ਹੋ। ਹਰ ਗੋਬਿੰਦ ਖਸ਼ਟਮ ਤੁਨ ਤਿਨ ਤਨ। ਜਿਵੇਂ ਪੰਜ ਪਾਤਸ਼ਾਹੀਆਂ ਪਹਿਲਾਂ ਵੇਖੀਆਂ, ਮੈਂ ਆ ਛੇਵਾਂ ਸਰੂਪ ਤੁਹਾਨੂੰ ਉਹੀ ਜਾਣਦਾ। ਮੇਰੇ ਮਨ 'ਚ ਤੁਹਾਡੇ ਪ੍ਰਤੀ ਇਹੋ ਹੀ ਭਾਵਨਾ, ਉਹੀ ਸ਼ਰਧਾ ਹੈ ਜਿਹੜੀ ਵੱਡੇ ਗੁਰੂ ਸਾਹਿਬਾਂ ਪ੍ਰਤੀ ਮੇਰੇ ਮਨ ਵਿੱਚ ਸੀ। ਭਾਰ ਬ੍ਰਹਮ ਕੀ ਜੋਤ ਗਹੀਲਾ। ਆਪ ਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦੀ ਜੋਤ ਈਸ਼ਵਰ ਅਵਤਾਰ ਹੋ। ਧਰਮ ਆਇਆ ਤਨ ਠਾਨਤ ਲੀਲਾ। ਆ ਸੱਚੇ ਪਾਤਸ਼ਾਹ ਆਪਣੀ ਮਾਇਆ ਨਾਲੇ ਤੁਸੀਂ ਮਨੁੱਖੀ ਜਾਮਾ ਧਾਰਨ ਕੀਤਾ ਹੋਇਆ ਤੇ ਮਨੁੱਖੀ ਲੀਲਾ ਕਰ ਰਹੇ ਹੋ। ਕਰਹੁ ਚਰਿਤ੍ਰ ਬਚਿੱਤਰ ਉਧਾਰੇ। ਇਹ ਬੜੇ ਬਚਿੱਤਰ ਚਰਿੱਤਰ ਆਪ ਜੀ ਕੌਤਕ ਕਰ ਰਹੇ ਹੋ। ਨਰ ਹੇਰਤ ਭਰਮਤ ਹੈ ਸਾਰੇ। ਆਪ ਜੀ ਦੀ ਮਾਇਆ ਵੇਖ ਕੇ ਲੋਕ ਸ਼ੰਕਿਆਂ 'ਚ ਪੈ ਜਾਂਦੇ ਨੇ, ਕਿੰਤੂ ਪਰੰਤੂ ਕਰਦੇ ਨੇ। ਇਹਨਾਂ ਲੋਕਾਂ ਨੂੰ ਪਤਾ ਨਹੀਂ ਆਪ ਜੀ ਦੀ ਮਹਿਮਾ ਦਾ। ਸੱਚੇ ਪਾਤਸ਼ਾਹ ਜੀਓ, ਜਿਮਨਟ ਬਾਜੀ ਪਾਏ ਦਿਖਾਵੇ। ਜਿਵੇਂ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਅਨੇਕਾਂ ਰੂਪ ਬਣਾ ਕੇ ਦਿਖਾ ਦਿੰਦਾ ਹੈ, ਇਸੇ ਤਰ੍ਹਾਂ ਇਹ ਮਹਾਰਾਜ ਤੁਸੀਂ ਬਾਜੀ ਪਾਈ ਹੋਈ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕਦੀ ਕੁਛ ਬਣ ਗਿਆ, ਕਦੀ ਕੁਛ ਬਣ ਗਿਆ। ਇਹ ਜਿਹੜਾ ਸਰੂਪ ਤੁਸੀਂ ਧਾਰਨ ਕੀਤਾ ਵੀਰ ਰਸ ਵਾਲਾ, ਇਹ ਵੀ ਤੁਹਾਡੀ ਲੀਲਾ ਹੈ। ਅਚਰਜ ਕੋ ਦਿਖਾਏ ਪਰਮਾਵੈ। ਔਰ ਜਿਵੇਂ ਬਾਜੀਗਰ ਨਟ ਅਨੇਕਾਂ ਪ੍ਰਕਾਰ ਦੇ ਅਚਰਜ ਕੌਤਕ ਕਰਕੇ ਲੋਕਾਂ ਨੂੰ ਭਰਮ 'ਚ ਪਾ ਦਿੰਦਾ ਹੈ। ਉਨ ਤਹ ਸੇਵਕ ਨਿਕਟ ਜਮੂਰਾ। ਪਰ ਉਸੇ ਬਾਜੀਗਰ ਦੇ ਕੋਲ ਉਹਦਾ ਇੱਕ ਨੌਕਰ ਹੁੰਦਾ, ਉਸ ਜਾਦੂਗਰ ਦੇ ਕੋਲ ਉਹਦਾ ਇੱਕ ਜਮੂਰਾ ਹੁੰਦਾ। ਉਹ ਜਮੂਰੇ ਨੂੰ ਸਭ ਪਤਾ ਹੁੰਦਾ। ਹਾਂਜੀ, ਸੁਨ ਹੈ ਭਰਮ ਹੈ ਜਨ ਹੈ ਕੂਰਾ। ਉਹਨੂੰ ਪਤਾ ਹੁੰਦਾ ਵੀ ਇਹ ਸਾਰੀ ਗੇਮ ਜਿਹੜੀ ਦਿਖਾ ਰਿਹਾ ਇਹ ਨਕਲੀ ਹੈ। ਉਹਨੂੰ ਪਤਾ ਹੁੰਦਾ ਵੀ ਅਸਲ ਖੇਡ ਕੀ ਹੈ। ਇੱਦਾਂ ਮਹਾਰਾਜ ਤੁਹਾਡੀ ਖੇਡ ਨੂੰ ਵੇਖ ਕੇ ਸੰਸਾਰ ਦਾ ਭਰਮ ਜਾਂਦਾ। ਭਾਈ ਗੁਰਦਾਸ ਜੀ ਨੇ ਲਿਖਿਆ ਬਾਣੀ ਦੇ ਵਿੱਚ, ਲੋਕਾਂ ਨੇ ਬੜੇ ਕਿੰਤੂ ਪਰੰਤੂ ਕੀਤੇ। ਭਾਈ ਸਾਹਿਬ ਲਿਖਦੇ ਆ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖੜਾਇਆ। ਪਾਤਸ਼ਾਹ ਘਰ ਆਮਦੇ, ਗੜ ਚੜਿਆ ਪਾਤਸ਼ਾਹ ਚੜਾਇਆ। ਉਮਤ ਮਹਿਲ ਨਾ ਪਾਵੰਦੀ, ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਬਾਣੀ ਕਰ ਗੁਣ ਗਾਵਦਾ, ਕਥੇ ਨਾ ਸੁਣੇ ਨਾ ਗਾਵ ਸੁਣਾਇਆ। ਨੱਠਾ ਫਿਰੇ ਨਾ ਡਰੇ ਡਰਾਇਆ। ਕਹਿੰਦੇ ਛੇਵੇਂ ਪਾਤਸ਼ਾਹ ਪਹਿਲੇ ਗੁਰੂਆਂ ਨਾਲੋਂ ਬੜੇ ਡਿਫਰੈਂਟ, ਵੱਖਰੇ ਕਿਸਮ ਦੇ ਨੇ। ਪਹਿਲੇ ਗੁਰੂ ਤੇ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਸੀਗੇ। ਛੇਵਾਂ ਗੁਰੂ ਰੋਜ਼ ਕੁੱਤੇ ਲੈ ਕੇ ਸ਼ਿਕਾਰ ਖੇਡਣ ਜਾਂਦਾ ਹੈ। ਪਹਿਲੇ ਗੁਰੂਆਂ ਨੂੰ ਬਾਦਸ਼ਾਹ ਘਰ ਆ ਕੇ ਮੱਥੇ ਟੇਕਦੇ ਸੀ। ਇਹ ਗੁਰੂ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ। ਪਹਿਲੇ ਗੁਰੂ ਦੇ ਕੋਲ ਸਿੱਖ ਹੀ ਇੰਨੇ ਸੀ, ਵਾਰੀ ਨਹੀਂ ਸੀ ਆਉਂਦੀ ਮੱਥਾ ਟੇਕਣ ਦੀ। ਇਸ ਗੁਰੂ ਨੇ ਆਪਣੇ ਕੋਲ ਪੈਂਦੇ ਖਾਂ ਨੂੰ ਬਿਠਾਇਆ ਹੋਇਆ। ਪਹਿਲੇ ਗੁਰੂ ਬਾਣੀ ਦੀ ਕਥਾ ਕਰਦੇ ਸੀ, ਬਾਣੀ ਦਾ ਕੀਰਤਨ ਕਰਦੇ ਸੀ। ਇਹ ਜੰਗ ਦੀਆਂ ਵਾਰਾਂ ਹੀ ਸੁਣੀ ਜਾਂਦਾ। ਕਿੰਤੂ ਪਰੰਤੂ ਕਰਨ ਵਾਲੇ ਗੁਰੂ ਤੇ ਕਿੰਤੂ ਕਰਦੇ। ਪਰ ਜਿਹੜੇ ਗੁਰੂ ਦੇ ਸਿੱਖ ਸੀਗੇ ਉਹ ਕਹਿੰਦੇ ਸੀ ਤੁਹਾਨੂੰ ਪਤਾ ਨਹੀਂ। ਭਾਈ ਗੁਰਦਾਸ ਅਗਲੀ ਪੌੜੀ 'ਚ ਗੁਰਸਿੱਖਾਂ ਦਾ ਨਜ਼ਰੀਆ ਵੀ ਲਿਖਿਆ। ਦੋ ਪੌੜੀਆਂ ਇਕੱਠੀਆਂ ਨੇ ਤੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਜਿਵੇਂ ਬਾਗ ਦੇ ਵਿੱਚ ਬੜੇ ਫਲ ਫੁੱਲ ਹੁੰਦੇ ਨੇ, ਪਰ ਆਲੇ ਦੁਆਲੇ ਕਿੱਕਰਾਂ ਦੀ ਕੰਡਿਆਂ ਦੀ ਵਾੜ ਜ਼ਰੂਰੀ ਹੁੰਦੀ ਹੈ। ਕਹਿੰਦੇ ਘਰ ਦੇ ਵਿੱਚ ਬੜਾ ਵਧੀਆ ਸਮਾਨ ਹੁੰਦਾ, ਪਰ ਬਾਹਰ ਲੋਹੇ ਦਾ ਤਾਲਾ ਜਾਂ ਕੁੱਤਾ ਜ਼ਰੂਰੀ ਹੁੰਦਾ। ਬੂਹੇ ਜਿੰਦਾ ਕੁੱਤਾ ਜਾਗੇ, ਕਿੱਕਰ ਆਸ ਪਾਸ ਜਿਉਂ ਬਾਗੇ। ਉਹ ਕਹਿੰਦੇ ਕਿਉਂ ਕਿ ਬਾਗ ਦੇ ਵਿੱਚ ਜਿਹੜੇ ਫਰੂਟ ਨੇ ਉਹਨਾਂ ਦੀ ਸੇਫਟੀ ਲਈ ਕੰਡੇ ਜ਼ਰੂਰੀ ਨੇ। ਘਰ ਦੇ ਵਿੱਚ ਜਿਹੜਾ ਸਮਾਨ ਹੈ ਉਹਦੀ ਰਾਖੀ ਲੋਹੇ ਦਾ ਤਾਲਾ ਜ਼ਰੂਰੀ ਹੈ, ਕੁੱਤੇ ਦਾ ਭੌਂਕਣਾ ਜ਼ਰੂਰੀ ਹੈ। ਕਹਿੰਦੇ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਭਗਤੀ ਸਿਮਰਨ ਜਪ ਤਪ ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਨੇ, ਗੁਰੂ ਦਾ ਲੰਗਰ ਹੈ, ਗੁਰੂ ਦੀ ਬਾਣੀ ਹੈ, ਗੁਰੂ ਦੀ ਬਾਣੀ ਦੇ ਕੀਰਤਨ ਦੇ ਸਮਾਗਮ ਨੇ, ਉਹਨਾਂ ਨੂੰ ਕੋਈ ਕੁੱਤਾ ਆ ਕੇ ਬਾਹਰੋਂ ਨੁਕਸਾਨ ਪਹੁੰਚਾਵੇ, ਕੋਈ ਚੋਰ ਨੁਕਸਾਨ ਪਹੁੰਚਾਵੇ, ਉਹਦਾ ਮੂੰਹ ਭੰਨਣ ਲਈ ਡੰਡਾ ਵੀ ਜ਼ਰੂਰੀ ਹੈ। ਸੋ ਛੇਵੇਂ ਪਾਤਸ਼ਾਹ ਦਾ ਵੀਰ ਰਸ ਧਾਰਨ ਕਰਨਾ
ਇਸ ਗੁਰੂ ਨਾਨਕ ਦੀ ਬਗੀਚੀ ਦੀ ਰਾਖੀ ਵਾਸਤੇ ਹੈ। ਇਹ ਭਾਈ ਗੁਰਦਾਸ ਜੀ ਨੇ। ਉੱਥੇ ਬਾਬਾ ਆਨੰਦ ਜੀ ਕਹਿੰਦੇ ਆ ਕਿ ਮਹਾਰਾਜ ਮਾਇਆ ਦੀ, ਤੁਹਾਡੀ ਮਾਇਆ ਵੇਖ ਕੇ ਦੁਨੀਆ ਦਾ ਭਰਮ ਜਾਂਦੀ ਹੈ, ਪਰ ਜਿਹੜਾ ਜਮੂਰਾ ਹੁੰਦਾ ਉਹ ਨਹੀਂ ਭਰਮਦਾ ਹੁੰਦਾ। ਹਾਂਜੀ, ਤਿਉ ਨਿਜ ਦਾਸਨ ਕਰਨਾ ਧਰੋ। ਆਪਣੇ ਦਾਸਾਂ ਤੇ ਕਿਰਪਾ ਕਰੋ ਮਹਾਰਾਜ, ਸਾਨੂੰ ਸਦਾ ਆਪਣੇ ਜਮੂਰੇ ਬਣਾ ਕੇ ਰੱਖਿਆ ਜੇ, ਸਾਨੂੰ ਨਾ ਭਰਮਾ ਦਿਆ ਜੇ, ਕਿਤੇ ਸਾਡੇ ਮਨ 'ਚ ਸ਼ੰਕਾ ਨਾ ਪਾ ਦਿਆ ਜੇ। ਹਾਂਜੀ, ਸੋ ਜਾਣੈ ਜੈਸੀ ਬਿਦ ਕਰੋ। ਜੋ ਮਹਾਰਾਜ ਆਪ ਕਰਦੇ ਹੋ ਠੀਕ ਹੀ ਕਰਦੇ ਹੋ, ਆਪ ਜੀ ਦੇ ਸਿੱਖਾਂ ਨੂੰ ਪਤਾ ਹੈ। ਸੋ ਇਸ ਤਰ੍ਹਾਂ ਦੇ ਬਚਨ ਬਾਬਾ ਆਨੰਦ ਜੀ ਤੇ ਸਤਿਗੁਰੂ ਜੀ ਕਰ ਰਹੇ ਨੇ। ਕੁਝ ਸਮਾਂ ਇਕੱਠੇ ਰਹਿਣਗੇ, ਸੋ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤ।